ਫਾਸਟਵੇ ਦੇ ਦਰਸ਼ਕਾਂ ਵਾਸਤੇ ਸਾਡੇ ਪ੍ਰੋਗਰਾਮ ਦਾ ਫਰੰਟ ਲਾਈਨਰਸ ਦੀ ਲੜੀ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ ਸੁਖਚੈਨ ਸਿੰਘ ਗਿੱਲ ਨਾਲ, ਜੋ ਕਿ ਕਮਿਸ਼ਨਰ ਆਫ ਪੁਲਿਸ ਨੇ ਅੰਮ੍ਰਿਤਸਰ ਸ਼ਹਿਰ ਦੇ। ਇਹਨਾਂ ਤੋਂ ਜਾਣਾਂਗੇ ਕਿ ਪੁਲਿਸ ਸਰਵਿਸਿਜ਼ ਦਾ ਕੀ ਰੋਲ ਰਿਹਾ ਇਸ ਦੌਰਾਨ, ਕੀ ਗਾਈਡਲਾਈਨਸ ਨੇ ਲੋਕਾਂ ਵਾਸਤੇ ਔਰ ਕੀ ਪਲਾਨਸ ਨੇ ਅੱਗੇ ਆਉਣ ਵਾਲੇ ਟਾਈਮ ਲਈ। ਅੱਜ ਮੇਰੇ ਨਾਲ ਵਿਰਾਜਮਾਨ ਨੇ ਸਾਡੇ ਸ਼ਹਿਰ ਦੇ ਕਮਿਸ਼ਨਰ ਆਫ ਪੁਲਿਸ ਡਾਕਟਰ ਸੁਖਚੈਨ ਸਿੰਘ ਗਿੱਲ ਜੀ। ਸਰ, ਤੁਹਾਡਾ ਇਸ ਪ੍ਰੋਗਰਾਮ ਫਾਸਟਵੇ ਵੱਲੋਂ ਜਿਹੜਾ ਅਸੀਂ ਫਰੰਟ ਲਾਈਨਰਸ ਲੈ ਕੇ ਆਏ ਹਾਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਰ, ਇੱਕ ਪਹਿਲਾਂ ਤਾਂ ਪਰਸਨਲ ਸਵਾਲ ਕਿ ਜਿਸ ਵੇਲੇ ਮਾਂ-ਬਾਪ ਆਪਣੇ ਬੱਚੇ ਨੂੰ ਕਾਲਜ ਦਾਖਲ ਸਕੂਲ ਦਾਖਲ ਕਰਾਉਣ ਜਾਂਦੇ ਨੇ ਉਹਨਾਂ ਦੀ ਪਹਿਲੀ ਤਮੰਨਾ ਹੁੰਦੀ ਹੈ ਕਿ ਮੇਰਾ ਬੱਚਾ ਜਿਹੜਾ ਡਾਕਟਰ ਬਣੇ, ਫਿਰ ਇੰਜੀਨੀਅਰ, ਫਿਰ ਕਾਮਰਸ ਔਰ ਬਾਅਦ ਦੇ ਵਿੱਚ ਆਰਟਸ ਦੀ ਵਾਰੀ ਆਉਂਦੀ ਹੈ। ਕੀ ਗੱਲ ਹੈ ਕਿ ਤੁਸੀਂ MBBS ਪਾਸ ਕਰ ਲੈਣ ਦੇ ਬਾਅਦ, ਡਾਕਟਰ ਬਣਨ ਦੇ ਬਾਅਦ ਤੁਸੀਂ IPS ਪਾਸ ਕੀਤੀ ਔਰ 2003 ਦੇ ਵਿੱਚ ਬੈਚ ਦੇ ਵਿੱਚ ਤੁਸੀਂ ਕਲੀਅਰ ਹੋਏ। ਵਾਟ ਵਾਸ ਦਾ ਮੇਨ ਰੀਜ਼ਨ? ਇਹਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਹੁੰਦਾ ਵਿਸ਼ਵਬੰਧੂ ਜੀ। ਮੈਂ ਤਾਂ ਬਲੀਵ ਕਰਦਾ ਕਿ ਡੈਸਟੀਨੀ ਹੁੰਦੀ ਹੈ ਤੁਹਾਡੀ, ਕਿਉਂਕਿ ਜਦੋਂ MBBS 'ਚ ਐਡਮਿਸ਼ਨ ਲੈਣੀ ਸੀਗੀ ਉਦੋਂ ਇੱਕੋ ਹੀ ਫੋਕਸ ਸੀਗਾ ਕਿ ਡਾਕਟਰ ਬਣਨਾ। ਜਦੋਂ MBBS 'ਚ ਐਡਮਿਸ਼ਨ ਲੈ ਲਈ ਤਾਂ ਲਾਸਟ ਈਅਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਮਨ 'ਚ ਖਿਆਲ ਆਇਆ ਕਿ ਸਿਵਲ ਸਰਵਿਸਿਜ਼ ਦੇ ਵਿੱਚ ਜਾਣਾ ਚਾਹੀਦਾ, ਕਿਉਂਕਿ ਐਂ ਲੱਗਦਾ ਸੀਗਾ ਕਿ ਜਦੋਂ ਤੁਸੀਂ ਇਹਨਾਂ ਸਰਵਿਸਿਜ਼ ਦੇ ਵਿੱਚ ਆ ਜਾਂਦੇ ਆ ਤੁਸੀਂ ਸੁਸਾਇਟੀ ਦੇ ਵਿੱਚ ਨੋ ਡਾਊਟ ਡਾਕਟਰ ਦਾ ਰੋਲ ਜਿਹੜਾ ਉਹਨੂੰ ਤੁਸੀਂ ਰਿਪਲੇਸ ਨਹੀਂ ਕਰ ਸਕਦੇ ਕਿਸੇ ਵੀ ਸਟੇਜ ਦੇ ਉੱਤੇ, ਪਰ ਇਹਨਾਂ ਸਰਵਿਸਿਜ਼ ਆ ਕੇ ਤੁਸੀਂ ਇੱਕ ਡਿਸੀਜ਼ਨ ਮੇਕਿੰਗ ਦੇ ਵਿੱਚ ਆ ਜਾਂਦੇ ਆ। ਸੋ ਉੱਥੇ ਐਂ ਲੱਗਦਾ ਸੀਗਾ ਕਿ ਇਹਨਾਂ ਦੇ ਵਿੱਚ ਆ ਕੇ ਆਪਾਂ ਸੁਸਾਇਟੀ ਦੇ ਵਿੱਚ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਟਰੀਬਿਊਟ ਕਰ ਸਕਦੇ ਹਾਂ। ਸੋ ਸ਼ਾਇਦ ਇਹ ਵਿਚਾਰ ਮਨ 'ਚ ਆਏ ਔਰ ਡੈਸਟੀਨੀ ਜਿਹੜੀ ਆ ਇਸ ਪਾਸੇ ਨੂੰ ਖਿੱਚ ਕੇ ਲੈ ਆਈ। ਚਲੋ ਸਰ, ਤੁਹਾਡਾ ਵਿਚਾਰ ਆਇਆ ਜਾਂ ਡੈਸਟੀਨੀ ਲੈ ਕੇ ਆਈ, ਲੇਕਿਨ ਮੇਰਾ ਖਿਆਲ ਸਾਡੇ ਜਗਤ ਦੇ ਲਈ, ਸਾਡੀ ਸਮਾਜ ਦੇ ਲਈ ਬੜਾ ਅੱਛਾ ਹੈ, ਕਿਉਂਕਿ ਇੱਕ ਡਾਕਟਰ ਦਾ IPS ਹੋਣਾ ਔਰ ਇਸ ਕੰਮ ਦੇ ਲਈ ਕੰਮ ਕਰਨਾ ਬਹੁਤ ਚੰਗੀ ਗੱਲ ਹੈ। ਸਰ, ਅੱਜ ਅਸੀਂ ਕੋਵਿਡ ਸੰਬੰਧਿਤ ਗੱਲਾਂ ਕਰਨ ਜਾ ਰਹੇ ਹਾਂ ਔਰ ਮੈਂ ਸਿਰਫ ਜਾਣਨਾ ਚਾਹਾਂਗਾ ਕਿ ਜਿਸ ਵੇਲੇ ਤੁਸੀਂ 10/9/2019 ਦੇ ਵਿੱਚ ਤੁਸੀਂ ਐਜ਼ ਏ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੇ ਵਿੱਚ ਜੁਆਇਨ ਕੀਤਾ ਅਤੇ ਉਸ ਵਕਤ 20 ਦੇ ਵਿੱਚ ਇਹ ਮਹਾਮਾਰੀ ਇੱਕਦਮ ਆ ਗਈ। ਮਹਾਮਾਰੀ ਦੇ ਲਈ ਲੋਕੀ ਤਿਆਰ ਨਹੀਂ ਸੀ ਔਰ ਇੱਕਦਮ ਲੋਕਡਾਊਨ ਲੱਗ ਗਿਆ। ਲੋਕਡਾਊਨ ਲੱਗਾ, ਲੋਕੀ ਇੱਕਦਮ ਘਬਰਾ ਜੇ ਗਏ, ਹਬੜਾ ਤਬੜੀ ਮਚ ਗਈ ਔਰ ਬੜੀ ਜਗ੍ਹਾ 'ਚ ਸੁਣਨ 'ਚ ਅਤੇ ਦੇਖਣ 'ਚ ਆਇਆ ਲੋਕਾਂ ਅਤੇ ਪੁਲਿਸ 'ਚ ਕਈ ਜਗ੍ਹਾ 'ਚ ਝੜਪ ਹੋਈ, ਕਿਉਂਕਿ ਪੁਲਿਸ ਚਾਹੁੰਦੀ ਸੀ ਘਰਾਂ 'ਚ ਰਹਿਣ ਔਰ ਲੋਕੀ ਘਰ ਦੇ ਜਾਣ ਲਈ ਤਿਆਰ ਨਹੀਂ ਸੀ। ਕੀ ਤੁਸੀਂ ਉਸ ਵਕਤ ਦੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਬਿਆਨ ਕਰ ਸਕਦੇ ਹੋ? ਦੇਖੋ, ਜਦੋਂ 2020 ਦੇ ਵਿੱਚ ਮਾਰਚ ਦੇ ਵਿੱਚ ਲੋਕਡਾਊਨ ਲੱਗਿਆ ਸੀਗਾ ਉਦੋਂ ਸਿਚੁਏਸ਼ਨ ਬੜੀ ਡਿਫਰੈਂਟ ਸੀਗੀ, ਕਿਉਂਕਿ ਕੋਵਿਡ ਉਦੋਂ ਬਿਲਕੁਲ ਕਿਸੇ ਨੂੰ ਕੁਝ ਪਤਾ ਨਹੀਂ ਸੀਗਾ ਕਿ ਕਿਸ ਤਰ੍ਹਾਂ ਦੀ ਬਿਮਾਰੀ ਆ। ਇਹ ਵੀ ਨਹੀਂ ਸੀ ਪਤਾ ਕਿ ਇਹਦਾ ਕੀ ਫਰਟੈਲਿਟੀ ਰੇਟ ਆ, ਕਿੰਨੇ ਲੋਕਾਂ ਨੂੰ ਜੇ ਹੋਏਗੀ, ਕਿੰਨੇ ਲੋਕਾਂ ਦੀ ਡੈਥ ਹੋਏਗੀ, ਕਿਸ ਤਰ੍ਹਾਂ ਇਨਫੈਕਸ਼ਨ ਫੈਲਦੀ ਆ। ਇਹਨਾਂ ਚੀਜ਼ਾਂ ਦੇ ਬਾਰੇ ਉਦੋਂ ਈਵਨ ਸਾਇੰਟੀਫਿਕਲੀ ਵੀ ਇਹ ਕਲੀਅਰ ਨਹੀਂ ਸੀਗਾ ਕਿ ਇਹ ਬਿਮਾਰੀ ਕਿਹੜਾ ਰੁਖ ਲਏਗੀ। ਸੋ ਉਦੋਂ ਇੱਕਦਮ ਜਦੋਂ ਲੋਕਡਾਊਨ ਲੱਗਿਆ ਬਹੁਤ ਪ੍ਰੋਬਲਮਸ ਆਈਆਂ ਲੋਕਾਂ ਵਾਸਤੇ ਵੀ। ਇਹ ਬੜਾ ਸਰਪ੍ਰਾਈਜ਼ਿੰਗ ਵੀ ਸੀਗਾ ਔਰ ਕਿਉਂਕਿ ਜਦੋਂ ਸਿਚੁਏਸ਼ਨ ਇੱਕਦਮ ਕੋਈ ਆਉਂਦੀ ਆ ਤਾਂ ਉਹਦੇ ਨਾਲ ਡੀਲ ਕਰਨਾ ਬੜਾ ਔਖਾ ਹੁੰਦਾ ਹੈ। ਸੋ ਸ਼ੁਰੂ ਦੇ ਵਿੱਚ ਜਦੋਂ ਕੰਪਲੀਟ ਲੋਕਡਾਊਨ ਲੱਗਿਆ, ਸਭ ਤੋਂ ਪਹਿਲੀ ਪ੍ਰੋਬਲਮ ਜਿਹੜੀ ਆਈ ਕਿ ਲੋਕਾਂ ਦੀਆਂ ਰੋਜ਼ਮਰਰਾ ਦੀਆਂ ਜਿਹੜੀਆਂ ਜ਼ਰੂਰਤਾਂ ਸੀਗੀਆਂ, ਚਾਹੇ ਉਹ ਖਾਣੇ ਦੀ ਹੋਵੇ, ਦੁੱਧ ਦੀ ਹੋਵੇ, ਦਵਾਈ ਦੀ ਹੋਵੇ, ਉਹ ਸਾਰੀਆਂ ਚੀਜ਼ਾਂ ਇੱਕਦਮ ਜਿਹੜੀਆਂ ਮਿਲਦੀਆਂ ਸੀਗੀਆਂ ਬੰਦ ਹੋ ਗਈਆਂ। ਸੋ ਉਸ ਟਾਈਮ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਤਾਂ ਇਹ ਨਹੀਂ ਸੀ ਪਤਾ ਕਿ ਬਿਮਾਰੀ ਕਿਸ ਟਾਈਪ ਦੀ ਆ, ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹਦੇ 'ਚ ਫਰਟੈਲਿਟੀ ਰੇਸ਼ੋ ਕੀ ਹੋਊਗੀ, ਕਿੰਨੇ ਬੰਦਿਆਂ ਨੂੰ ਹੋਏਗੀ, ਕਿੰਨਿਆਂ ਦੀ ਡੈਥ ਹੋ ਸਕਦੀ ਆ। ਸੋ ਇੱਕ ਡਰ ਦਾ ਮਾਹੌਲ ਵੀ ਸੀਗਾ। ਡਰ ਦੇ ਮਾਹੌਲ ਦੇ ਨਾਲ ਨਾਲ ਰੋਜ਼ਮਰਰਾ ਦੀਆਂ ਚੀਜ਼ਾਂ ਜਿਹੜੀਆਂ ਉਹ ਬੰਦ ਹੋ ਗਈਆਂ। ਸੋ ਉਸ ਟਾਈਮ ਦੇ ਉੱਤੇ ਪੁਲਿਸ ਦਾ ਰੋਲ ਬੜਾ ਮਲਟੀ ਫੈਕਟੋਰੀਅਲ ਰੋਲ ਸੀਗਾ ਪੁਲਿਸ ਦਾ, ਕਿ ਇੱਕ ਤਾਂ ਸਭ ਤੋਂ ਪਹਿਲਾਂ ਲੋਕਡਾਊਨ ਨੂੰ ਇਫੈਕਟਿਵਲੀ ਇੰਪਲੀਮੈਂਟ ਕਰਾਉਣਾ, ਇਹ ਪਹਿਲਾ ਰੋਲ ਸੀਗਾ। ਜਦੋਂ ਵੀ ਆਪਾਂ ਕਿਸੇ ਚੀਜ਼ ਦੀ ਇਨਫੋਰਸਮੈਂਟ ਕਰਦੇ ਹਾਂ, ਚਾਹੇ ਉਹ ਕਿਸੇ ਵੀ ਚੀਜ਼ ਦੀ ਇਨਫੋਰਸਮੈਂਟ ਹੋਵੇ, ਉਹਦੀ ਰੈਜ਼ਿਸਟੈਂਸ ਹੁੰਦੀ ਆ। ਐਂਡ ਜਦੋਂ ਆਪਾਂ ਉਹੋ ਜਿਹੀ ਇਨਫੋਰਸਮੈਂਟ ਕਰੀਏ ਜਿਹਦੇ 'ਚ ਲੋਕਾਂ ਨੂੰ ਲੱਗ ਰਿਹਾ ਹੋਵੇ ਕਿ ਸਾਡੇ ਲਾਈਵਲੀਹੁੱਡ ਨੂੰ ਜਿਹੜਾ ਵਾ ਕੰਟੇਲ ਕੀਤਾ ਜਾ ਰਿਹਾ, ਉਹਦੇ 'ਚ ਰੈਜ਼ਿਸਟੈਂਸ ਜ਼ਿਆਦਾ ਹੁੰਦੀ ਆ। ਸੋ ਸ਼ੁਰੂ ਦੇ ਵਿੱਚ ਰੈਜ਼ਿਸਟੈਂਸ ਹੋਈ, ਤੁਹਾਡੀ ਗੱਲ ਠੀਕ ਆ, ਲੋਕਾਂ ਦਾ ਪੁਲਿਸ ਦੇ ਨਾਲ ਕਈ ਜਗ੍ਹਾ ਦੇ ਉੱਤੇ ਤਕਰਾਰ ਵੀ ਹੋਇਆ, ਪਰ ਉਸ ਤੋਂ ਬਾਅਦ ਦੇ ਵਿੱਚ ਜੋ ਰੋਲ ਪੰਜਾਬ ਪੁਲਿਸ ਨੇ ਪਲੇ ਕੀਤਾ ਇਹਦੇ ਵਿੱਚ, ਮੈਂ ਕਹਾਂਗਾ ਨਾ ਅਸੀਂ ਆਪਣੀ ਲਾਈਫ 'ਚ ਦੇਖਿਆ, ਨਾ ਅਸੀਂ ਅਜੇ ਤੱਕ ਦੇਖਿਆ। ਘਰਾਂ ਦੇ ਵਿੱਚ ਜਾ ਕੇ ਪੁਲਿਸ ਨੇ ਲੋਕਾਂ ਨੂੰ ਰੋਟੀ ਡਿਲੀਵਰ ਕੀਤੀ, ਕਿਸੇ ਨੂੰ ਦਵਾਈ ਦੀ ਜ਼ਰੂਰਤ ਸੀ ਉਹਨੂੰ ਦਵਾਈ ਡਿਲੀਵਰ ਕੀਤੀ, ਕਿਸੇ ਨੂੰ ਹੌਸਪੀਟਲ ਲਿਜਾਣ ਦੀ ਜ਼ਰੂਰਤ ਸੀ ਉਹਨਾਂ ਨੂੰ ਹੌਸਪੀਟਲ ਲੈ ਕੇ ਗਏ। ਸੋ ਹਰ ਸਟੇਜ 'ਤੇ ਥੱਲੇ ਤੋਂ ਲੈ ਕੇ ਉੱਤੇ ਤੱਕ ਸਾਰੇ ਆਫੀਸਰਸ ਨੇ ਸਾਡਿਆਂ ਨੇ, ਸਾਰੇ ਸਾਡੇ ਜਿਹੜੇ NGOs ਆ, ਕਾਂਸਟੇਬਲ ਆ, ਹੋਮਗਾਰਡ ਦੇ ਜਵਾਨ ਆ, ਈਵਨ ਵਲੰਟੀਅਰਸ ਜਿਹੜੇ ਸੀਗੇ ਉਹਨਾਂ ਨੇ ਵੀ ਪਾਰਟੀਸਪੇਟ ਕੀਤਾ।
ਸੋ ਬਹੁਤ ਹਿਊਮੈਨਿਟੇਰੀਅਨ ਗਰਾਊਂਡਸ ਤੇ ਬੜਾ ਚੰਗਾ ਕੰਮ ਕੀਤਾ। ਸੋ ਸ਼ੁਰੂ ਦੇ ਵਿੱਚ ਜਿੰਨਾ ਲੋਕਾਂ ਦਾ ਗਿਲਾ ਸ਼ਿਕਵਾ ਸੀਗਾ ਪਹਿਲੇ 10-15 ਦਿਨ, ਉਸ ਤੋਂ ਬਾਅਦ ਦੇ ਵਿੱਚ ਉਨੀ ਗੁੱਡਵਿਲ ਵੀ ਜਨਰੇਟ ਹੋਈ ਉਹਦੇ ਵਿੱਚ। ਲੋਕਾਂ ਨੇ ਪੁਲਿਸ ਦਾ ਦਬ ਕੇ ਸਾਥ ਵੀ ਦਿੱਤਾ ਇਸ ਚੀਜ਼ ਦੇ ਵਿੱਚ। ਔਰ ਮੇਰਾ ਖਿਆਲ ਹੈ ਜਿਹੜੀ ਫਸਟ ਵੇਵ ਸੀਗੀ, ਜੇ ਆਪਾਂ ਉਹ ਫਸਟ ਵੇਵ ਦੇ ਉੱਤੇ ਕਾਬੂ ਪਾਇਆ ਸੀਗਾ, ਉਹ ਐਨਫੋਰਸਮੈਂਟ ਪਲੱਸ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਕਾਬੂ ਪਾਇਆ ਉਹਦੇ ਵਿੱਚ। ਸਰ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੁਲਿਸ ਨੇ ਬੜਾ ਪੋਜ਼ਿਟਿਵ ਰੋਲ ਪਲੇ ਕੀਤਾ, ਸਾਰਾ ਕੁਝ ਹੋਇਆ, ਲੇਕਿਨ ਇੱਕ ਬੜੀ ਮੰਦਭਾਗੀ ਦੁਰਘਟਨਾ ਘਟੀ ਉਸ ਵਕਤ। ASI ਹਰਜੀਤ ਸਿੰਘ ਸਨ ਔਰ ਉਸ ਵਕਤ ਤੁਸੀਂ ਪੁਲਿਸ ਡਿਪਾਰਟਮੈਂਟ ਨੇ ਇੱਕ ਮੁਹਿੰਮ ਚਲਾਈ ਸੀ, ਮੈਂ ਹਰਜੀਤ ਹਾਂ। ਸਰ, ਇਸ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓਗੇ? ਦੇਖੋ, ਇਹ ਪਟਿਆਲਾ ਦੇ ਵਿੱਚ ਬੜਾ ਅਨਫੋਰਚੂਨੇਟ ਇੰਸੀਡੈਂਟ ਹੋਇਆ ਸੀਗਾ। ਉਹ ਵੀ ਲਾਕਡਾਊਨ ਦੀ ਸਬਜ਼ੀ ਮੰਡੀ ਦੇ ਵਿੱਚ ਉਹਦੀ ਪਾਲਣਾ ਕਰਾ ਰਿਹਾ ਸੀਗਾ। ਉਹਦੇ ਦੌਰਾਨ ਝੜਪ ਹੋਈ, ਝੜਪ ਦੇ ਵਿੱਚ ਉਹਦਾ ਜਿਹੜਾ ਹੱਥ ਸੀਗਾ ਕੱਟਿਆ ਗਿਆ। ਸੋ ਉਹਦੇ 'ਚ ਸਾਰੇ ਆਫੀਸ਼ੀਅਲ ਸਾਡੇ ਜਿਹੜੇ ਮਾਨਯੋਗ DGP ਸਾਹਿਬ ਨੇ ਆਪ ਡਾਇਰੈਕਟਰ PGI ਨਾਲ ਗੱਲ ਕੀਤੀ, ਉਹਨੂੰ ਪ੍ਰੋਪਰ ਉਹਦਾ ਟ੍ਰੀਟਮੈਂਟ ਹੋਇਆ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਉਹਦਾ ਹੱਥ ਜੁੜ ਗਿਆ। ਜਿਹੜੀ ਇਹ ਮੁਹਿੰਮ ਸੀਗੀ ਮੈਂ ਵੀ ਹਰਜੀਤ ਸਿੰਘ, ਉਹ ਬੇਸਿਕਲੀ ਦੋ ਇਹਦੇ ਹੁੰਦੇ। ਇੱਕ ਤਾਂ ਲੋਕਾਂ ਨੂੰ ਨਾਲ ਜੋੜਨਾ ਕਿ ਇਹ ਜਿਹੜਾ ਕੰਮ ਅਸੀਂ ਕਰ ਰਹੇ ਹਾਂ, ਜਿਹੜਾ ਜੋ ਵੀ ਕਰ ਰਹੇ ਹਾਂ ਲੋਕਾਂ ਦੀ ਸੇਵਾ ਵਾਸਤੇ ਕਰ ਰਹੇ ਹਾਂ। ਦੂਜਾ, ਆਪਣੇ ਡਿਪਾਰਟਮੈਂਟ ਨੂੰ ਮੋਟੀਵੇਟ ਕਰਨਾ। ਹਰ ਬੰਦੇ ਨੇ ਇਹ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਕਿ ਇੱਕ ਮੁਹਿੰਮ ਚਲਾਈ ਔਰ ਇੱਕ ਸਾਥ ਦਿੱਤਾ ਕਿ ਮੈਂ ਵੀ ਕਿਉਂਕਿ ਮੈਂ ਵੀ ਹਰਜੀਤ ਸਿੰਘ ਦਾ ਮਤਲਬ ਇਹ ਹੁੰਦਾ ਕਿ ਜੋ ਹਰਜੀਤ ਸਿੰਘ ਨੇ ਕੀਤਾ ਬਿਲਕੁਲ ਸਹੀ ਕੀਤਾ, ਜੋ ਉਹਦੇ ਨਾਲ ਹੋਇਆ ਗਲਤ ਹੋਇਆ, ਔਰ ਮੈਂ ਜਿਹੜਾ ਹੈ ਉਹਦੇ ਨਾਲ ਪੂਰੀ ਤਰ੍ਹਾਂ ਖੜਾ ਹਾਂ ਹਰਜੀਤ ਸਿੰਘ ਦੇ ਨਾਲ। ਸੋ ਇਹਦੇ ਵਿੱਚ ਡਿਪਾਰਟਮੈਂਟ ਨੂੰ ਮੋਟੀਵੇਟ ਕਰਨ ਵਾਸਤੇ ਸੀਗਾ ਔਰ ਪਬਲਿਕ ਨੂੰ ਨਾਲ ਲੈ ਕੇ ਚੱਲਣ ਵਾਸਤੇ ਸੀ, ਜਿਸ 'ਚ ਮੈਂ ਬਹੁਤ ਧੰਨਵਾਦੀ ਹਾਂ ਕਿ ਉਹਦੇ ਵਿੱਚ ਡਿਪਾਰਟਮੈਂਟ ਦੇ ਨਾਲ ਪਬਲਿਕ ਨੇ ਵੀ ਬਹੁਤ ਸਾਥ ਦਿੱਤਾ, ਲੋਕਾਂ ਨੇ ਬੜਾ ਸਾਥ ਦਿੱਤਾ। ਹਰ ਬੰਦੇ ਨੇ ਕਿਹਾ ਕਿ ਮੈਂ ਵੀ ਹਰਜੀਤ ਸਿੰਘ, ਉਹਦਾ ਮਤਲਬ ਹੁੰਦਾ ਕਿ ਮੈਂ ਵੀ ਉਹਦੇ ਨਾਲ 24 ਘੰਟੇ। ਰੀਅਲੀ ਸਰ, ਇਹ ਤਾਂ ਬਹੁਤ ਸ਼ਲਾਘਾਯੋਗ ਕਦਮ ਸੀਗਾ ਜਿਸ ਨੂੰ ਸਰਾਹਿਆ ਵੀ ਗਿਆ। ਸਰ, ਇੱਕ ਕੋਵਿਡ ਦੇ ਦੌਰਾਨ ਉਸ ਵਕਤ ਮੈਕਸਿਮਮ 2020 ਦੇ ਦੌਰਾਨ ਪੁਲਿਸ ਆਫੀਸਰਸ ਬਹੁਤ ਸਾਰੇ ਜਿਹੜੇ ਖਾਸ ਤੌਰ ਦੇ ਉੱਤੇ ਚੈਕਿੰਗ ਦੇ ਉੱਤੇ ਲੱਗੇ ਹੋਏ ਸਨ, ਉਹਨਾਂ ਨੂੰ ਬੜੇ ਕੋਵਿਡ ਦੇ ਵਿੱਚ ਆਪਣੇ ਆਪ ਨੇ ਵਿੱਚ ਮਹਿਸੂਸ ਮਤਲਬ ਪਕੜੇ ਗਏ, ਕੋਵਿਡ ਦੇ ਵਿੱਚ ਪਕੜੇ ਗਏ। ਉਹਨਾਂ ਨੂੰ ਰੋਕਣ ਦੇ ਲਈ ਯੂ ਬੀਇੰਗ ਐਜ਼ ਅ ਡਾਕਟਰ ਤੁਸੀਂ ਇਸ ਦੇ ਲਈ ਕੀ ਕਦਮ ਉਠਾਏ ਔਰ ਕਿਸ ਪ੍ਰਕਾਰ ਦੀ ਪ੍ਰੀਕਾਸ਼ਨ ਔਰ ਰੋਕਥਾਮ ਕੀਤੀ? ਦੇਖੋ, ਪੁਲਿਸ ਅਫੀਸ਼ੀਅਲਸ ਕਿਉਂਕਿ ਫਰੰਟ ਲਾਈਨ ਵਾਰੀਅਰਸ ਆ, ਔਰ ਜਦੋਂ ਸ਼ੁਰੂ 'ਚ ਲਾਕਡਾਊਨ ਲੱਗਿਆ ਸੀਗਾ, ਡਾਕਟਰਸ ਤੇ ਪੈਰਾਮੈਡੀਕਲ ਸਟਾਫ ਦੇ ਨਾਲ ਸਭ ਤੋਂ ਅਹਿਮ ਰੋਲ ਜਿਹੜਾ ਪੁਲਿਸ ਨੇ ਅਦਾ ਕੀਤਾ ਉਹਨਾਂ ਦਿਨਾਂ ਦੇ ਵਿੱਚ। ਬਹੁਤ ਸਾਰੇ ਪੁਲਿਸ ਅਫੀਸ਼ੀਅਲਸ ਨੂੰ ਕੋਵਿਡ ਦੀ ਇਨਫੈਕਸ਼ਨ ਹੋਈ ਔਰ ਉਹਦੇ 'ਚ ਮੈਂ ਹੁਣ ਕਹਾਂਗਾ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ MBBS ਕੀਤੀ ਆ, ਉਹਦਾ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਇਸ ਪਾਰਟਿਕੂਲਰ ਟਾਈਮ ਦੇ ਵਿੱਚ ਯੂਟੀਲਾਈਜ਼ ਹੋਈਆਂ ਸਰਵਿਸਿਜ਼। ਸਾਡੇ ਜਿੰਨੇ ਵੀ ਕਾਂਸਟੇਬਲ ਤੋਂ ਲੈ ਕੇ ਉੱਪਰ ਤੱਕ ਜਿਸ ਬੰਦੇ ਨੂੰ ਵੀ ਕੋਵਿਡ ਹੋਇਆ, ਜਿਸ ਅਫੀਸ਼ੀਅਲ ਨੂੰ ਵੀ ਹੋਇਆ, ਅਸੀਂ ਥਰੂ ਆਊਟ ਫੋਲੋ ਅਪ ਕੀਤਾ, ਉਹਦਾ ਟ੍ਰੀਟਮੈਂਟ ਚਾਰਟ ਤੱਕ ਅਸੀਂ ਉਹਦਾ ਫੋਲੋ ਕੀਤਾ। ਸਾਡੇ ਇੱਕ ਸਟੇਟ ਲੈਵਲ 'ਤੇ ਇੱਕ ਟੀਮ ਬਣੀ ਹੋਈ ਹੈ ਜਿਹਦੇ 'ਚ ਡਾਕਟਰ ਬਿਸ਼ਪ ਮੋਹਨ ਨੇ ਜਿਹੜੇ DMC ਦੇ ਵਿੱਚ ਲੱਗੇ ਨੇ ਲੁਧਿਆਣੇ ਦੇ ਵਿੱਚ, ਉਹ ਟੀਮ ਦੇ ਹੈੱਡ ਸੀਗੇ ਔਰ ਉਹਨਾਂ ਨਾਲ ਡਾਕਟਰ ਤਲਵਾਰ ਨੇ ਜਿਹੜੇ ਐਡਵਾਈਜ਼ਰ ਨੇ ਪੰਜਾਬ ਗੌਰਮੈਂਟ ਦੇ, ਉਹਨਾਂ ਦੇ ਨਾਲ ਅਸੀਂ 1 to 1 ਕੇਸ ਜਿਹੜੀਆਂ ਡਿਟੇਲਸ ਲੈ ਕੇ ਇੱਕ ਕੇਸ ਉਹਨਾਂ ਨਾਲ ਡਿਸਕਸ ਕਰਦੇ ਸੀਗੇ ਤਾਂ ਜੋ ਟ੍ਰੀਟਮੈਂਟ ਪ੍ਰੋਟੋਕੋਲ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹਿ ਜਾਏ। ਔਰ ਬਹੁਤ ਸਾਡੇ ਐਸੇ ਕਾਂਸਟੇਬਲ ਸੀਗੇ, ਸਾਡੇ ਇੱਕ ਇੰਸਪੈਕਟਰ ਸਾਹਿਬਾਨ ਨੂੰ ਹੋ ਗਿਆ ਸੀਗਾ, ਉਹਨਾਂ ਨੂੰ ਅਸੀਂ ਇੱਕ ਚੀਜ਼ ਫੋਲੋ ਅਪ ਕਰਕੇ ਉਹਦੇ ਵਿੱਚ ਜਾਨ ਵੀ ਬਚਾਈ। ਜਿਹੜੀਆਂ ਸਾਡੀਆਂ ਡੈਥਸ ਵੀ ਹੋਈਆਂ ਅਨਫੋਰਚੂਨੇਟਲੀ, ਉਹ ਜਾਂ ਤਾਂ 2 ਕੇਸਿਸ ਇਸ ਤਰ੍ਹਾਂ ਦੀਆਂ ਹੋਈਆਂ ਜਿਹੜੀਆਂ ਸਾਨੂੰ ਹੀ ਪਤਾ ਨਹੀਂ ਚੱਲਿਆ, ਜਿਹੜਾ ਕਿ ਲਾਸਟ ਸਟੇਜ 'ਤੇ ਜਾ ਕੇ ਆਇਆ, ਔਰ ਇੱਕ ਕੇਸ ਦੇ ਵਿੱਚ ਪਹਿਲਾਂ ਸਰਵਾਈਵ ਕਰ ਗਿਆ ਸੀਗਾ ਪੋਸਟ ਕੋਵਿਡ, ਕਿਉਂਕਿ ਕੋਮੋਰਬਿਡਿਟੀ ਸੀਗੀਆਂ ਤਾਂ ਉਹ ਕੰਪਲੀਕੇਸ਼ਨ ਆ ਗਈ। ਪਰ ਹਰ ਕੇਸ ਨੂੰ ਅਸੀਂ ਇੱਕ ਕੇਸ ਨੂੰ ਆਪ ਪਰਸਨਲੀ, ਮੈਂ ਵੀ, ਮੇਰੇ ਆਫੀਸਰਸ ਨੇ, ਕੋਈ ਐਸਾ ਕੇਸ ਨਹੀਂ ਸੀਗਾ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਾ ਹੋਵੇ ਕਿ ਇਹਦਾ ਕੀ ਟ੍ਰੀਟਮੈਂਟ ਚੱਲ ਰਿਹਾ ਵਾ, ਕਿਸ ਸਟੇਜ ਦੇ ਉੱਤੇ ਆ, ਕਿਸ ਲੈਵਲ ਦਾ ਇਹਦਾ ਕ੍ਰਿਟੀਕੈਲਿਟੀ ਕੀ ਹੈ ਇਹਦੀ। ਸੋ ਹਰ ਚੀਜ਼ ਨੂੰ ਪ੍ਰੋਪਰਲੀ ਅਸੀਂ ਫੋਲੋ ਅਪ ਕੀਤਾ ਔਰ ਉਹਦੇ 'ਚ ਡਾਕਟਰਸ ਨੇ ਸਾਡਾ ਬੜਾ ਸਾਥ ਦਿੱਤਾ ਸਾਰਿਆਂ ਨੇ। ਕਿਉਂਕਿ ਸਰ ਡਾਕਟਰ ਦੇ ਬਗੈਰ ਤੇ ਚੱਲ ਹੀ ਨਹੀਂ ਸਕਦਾ ਔਰ ਤੁਸੀਂ ਬੀਇੰਗ ਯੋਰਸੈਲਫ ਬੀਇੰਗ ਡਾਕਟਰ, ਕੀ ਸਰ ਜਿਸ ਵੇਲੇ ਜਿਨ੍ਹਾਂ ਦੀ ਪੁਲਿਸ ਵਾਲਿਆਂ ਦੀ ਡੈਥਸ ਹੋਈ ਤੇ ਸਾਨੂੰ ਪੜ੍ਹਨ 'ਚ ਮਿਲਿਆ ਸੀ, ਸੁਣਨ 'ਚ ਮਿਲਿਆ ਸੀ ਕਿ ਪੁਲਿਸ ਆਫੀਸਰਸ ਦੀ ਵਾਈਫਸ ਨੇ ਵੀ ਕੁਝ ਆਪਣੇ ਸਹਿਯੋਗੀਆਂ ਦੀ ਮਦਦ ਕਰਨ ਲਈ ਕੋਈ ਕੰਮ ਕੀਤੇ ਜਿਹੜੇ ਪੁਲਿਸ ਫੋਰਸ ਨੂੰ ਮਦਦ ਕਰਨ, ਇਹਨਾਂ ਦੇ ਬਾਰੇ ਕੋਈ ਜਾਣਕਾਰੀ ਦੇਵੋਗੇ? ਦੇਖੋ, ਜਿਹੜੇ ਸਾਡੇ ਅਫੀਸ਼ੀਅਲਸ ਦੀ ਡੈਥ ਹੋਈ, ਇੱਕ ਤਾਂ ਉਹ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਆ ਜਿਹਦੇ ਵਿੱਚ 50 ਲੱਖ ਰੁਪਏ ਐਕਸ ਗ੍ਰੇਸ਼ੀਆ ਦਿੱਤਾ ਜਾਂਦਾ, ਉਹ ਅਸੀਂ ਇਮੀਡੀਏਟਲੀ ਸਾਡੇ DGP ਸਾਹਿਬ ਨੇ ਆਪ ਇੱਕ ਕੇਸ ਨੂੰ ਫੋਲੋ ਕੀਤਾ ਕਰਕੇ ਇੱਕ ਬੰਦੇ ਨੂੰ ਜਿਹੜਾ ਦੀ ਡੈਥ ਲਾਸਟ ਈਅਰ ਹੋਈ ਸੀ ਸਾਰਿਆਂ ਨੂੰ ਮਿਲਿਆ। ਸੋ ਦੂਸਰਾ ਜਿਹੜਾ ਤੁਸੀਂ ਕਿਹਾ ਪੁਲਿਸ ਅਫੀਸ਼ੀਅਲਸ ਦੀਆਂ ਫੈਮਲੀਜ਼ ਨੇ ਸਾਡੀਆਂ ਨੇ, ਦੇਖੋ ਸਾਡੇ ਪੁਲਿਸ ਲਾਈਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੀ ਪੁਲਿਸ ਲਾਈਨ 'ਚ ਵੀ ਲੰਗਰ ਚਲਾਇਆ ਸੀਗਾ ਜਿੱਥੋਂ ਕਰੀਬ 2000 ਤੋਂ ਲੈ ਕੇ 5000 ਤੱਕ ਲੋਕਾਂ ਦਾ ਖਾਣਾ ਡੇਲੀ ਜਾਂਦਾ ਸੀਗਾ।
ਇਸ ਤੋਂ ਇਲਾਵਾ ਜਿਹੜੇ ਸਾਡੇ ਅਫੀਸ਼ੀਅਲ ਸੀਗੇ ਉਹਨਾਂ ਨੂੰ ਅਸੀਂ ਜਿੰਨੇ ਪ੍ਰੀਵੈਂਟਿਵ ਸਟੈਪਸ ਆ ਜਿੱਦਾਂ ਜਿਹੜੇ ਆਪਾਂ ਅਜੇ ਵੀ ਫੋਲੋ ਉਹੀ ਕਹਿ ਰਹੇ ਸਭ ਨੂੰ ਕਰਨ ਵਾਸਤੇ ਕਿ ਮਾਸਕ ਪਾਓ, ਸੋਸ਼ਲ ਡਿਸਟੈਂਸ ਮੇਨਟੇਨ ਕਰੋ, ਸੈਨੀਟਾਈਜ਼ ਕਰੋ, ਇਹਨਾਂ ਚੀਜ਼ਾਂ 'ਤੇ ਵੀ ਅਸੀਂ ਬੜੀ ਤਵੱਜੋ ਦਿੱਤੀ। ਬਹੁਤ ਅਸੀਂ ਐਜੂਕੇਸ਼ਨ ਸੈਮੀਨਾਰਸ ਲਗਾਏ, ਥਰੂ ਸੋਸ਼ਲ ਮੀਡੀਆ ਅਸੀਂ ਆਪਣੀ ਫੋਰਸ ਦੇ ਵਿੱਚ ਮੈਸੇजेस ਭੇਜੇ ਔਰ ਕਾਫੀ ਹੱਦ ਤੱਕ ਫੋਰਸ ਨੇ ਉਹਦੀ ਕੰਪਲਾਇੰਸ ਵੀ ਕੀਤੀ, ਕਿਉਂਕਿ ਸਾਡੀ ਡਿਊਟੀ ਇਹ ਜਿਹਾ ਡਿਊਟੀ ਚਾਰਟਰ ਇੱਦਾਂ ਦਾ ਹੈ ਕਿ ਤੁਸੀਂ ਚਾਹੇ ਜਿੰਨੇ ਮਰਜ਼ੀ ਪ੍ਰੀਕਾਸ਼ਨਸ ਲੈ ਲਓ, ਕਿਤੇ ਨਾ ਕਿਤੇ ਐਕਸਪੋਜ਼ਰ ਹੋ ਜਾਂਦਾ ਉਹਦੇ ਵਿੱਚ। ਸੋ ਉਸ ਕਰਕੇ ਸਾਡੇ ਜਵਾਨਾਂ ਨੂੰ ਕੋਵਿਡ ਵੀ ਹੋਇਆ, ਬਟ ਸਾਰਿਆਂ ਨੇ ਇਕੱਲੇ ਜਵਾਨ ਨਾਲ ਅਸੀਂ ਫੋਨ ਤੇ ਗੱਲ ਕਰਦੇ ਸੀਗੇ, ਹੁਣ ਵੀ ਕਰਦੇ ਹਾਂ। ਮੋਟੀਵੇਸ਼ਨ ਲੈਵਲ ਬੜਾ ਹਾਈ ਸੀ ਸਾਰਿਆਂ ਦਾ, ਚਾਹੇ ਕਿਸੇ ਨੂੰ ਕੋਵਿਡ ਹੋਇਆ, ਚਾਹੇ ਕੋਈ ਜਿੰਨੇ ਮਰਜ਼ੀ ਸੀਰੀਅਸ ਕੰਡੀਸ਼ਨਸ ਦੇ ਵਿੱਚ ਜਾ ਰਿਹਾ ਵਾ, ਬਟ ਹੀ ਵਾਸ ਫੁੱਲੀ ਮੋਟੀਵੇਟਡ ਕਿ ਨਹੀਂ ਸਰ ਮੈਂ ਪੂਰੀ ਤਰ੍ਹਾਂ ਠੀਕ ਹੈ ਅਤੇ ਮੈਂ ਠੀਕ ਹੋ ਕੇ ਆਵਾਂਗਾ ਜੀ ਬਾਹਰ। ਸੋ ਉਹ ਮੇਰਾ ਖਿਆਲ ਆ ਜਿਹੜਾ ਪੋਜ਼ਿਟਿਵ ਜਿਹੜਾ ਮਨੋਬਲ ਸੀਗਾ ਉਹਨਾਂ ਦਾ, ਉਹਨੇ ਵੀ ਬੜਾ ਸਾਥ ਦਿੱਤਾ ਇਹਦੇ ਵਿੱਚ ਠੀਕ ਹੋਣ ਦੇ ਵਿੱਚ। ਸਰ ਪੁਲਿਸ ਜਿਹੜੀ ਹੈ ਉਹ ਗਾਈਡ ਵੀ ਹੈ ਅਤੇ ਸੇਵੀਅਰ ਵੀ ਹੈ ਨਾ ਜੀ, ਮਾਰਗਦਰਸ਼ਕ ਵੀ ਹੈ ਅਤੇ ਰਕਸ਼ਕ ਵੀ ਹੈ। ਇਸ ਨੂੰ ਤੁਹਾਡੀ ਗੱਲਾਂ ਤੋਂ ਲੱਗਦਾ ਹੈ ਕਿ ਕਾਫੀ ਹੱਦ ਤੱਕ ਤੁਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਮਗਰ ਡੋਂਟ ਯੂ ਫੀਲ ਕਿ ਜਦੋਂ ਦੇ ਆਪਾਂ ਗਰੋ ਅਪ ਹੋਏ ਆ ਪਿਛਲੇ 20 ਸਾਲਾਂ ਤੋਂ ਅਗਰ ਦੇਖੀਏ ਤੇ ਪੁਲਿਸ ਦੇ ਰੋਲ ਦੇ ਵਿੱਚ ਤੁਸੀਂ ਕੁਝ ਫਰਕ ਦੇਖਦੇ ਹੋ? ਦੇਖੋ ਇਹ ਟਾਈਮ ਚੇਂਜ ਹੁੰਦਾ ਹੈ ਜੀ, ਜਿਹੜਾ ਅੱਜ ਤੋਂ 20 ਸਾਲ ਦਾ ਟਾਈਮ ਪਹਿਲਾਂ ਦਾ ਟਾਈਮ ਸੀਗਾ ਉਹ ਡਿਫਰੈਂਟ ਸੀਗਾ। ਉਦੋਂ ਅਕਾਊਂਟੇਬਿਲਿਟੀ ਇੰਨੀ ਜ਼ਿਆਦਾ ਨਹੀਂ ਹੁੰਦੀ ਸੀਗੀ, ਨਾ ਇੰਨੀ ਟਰਾਂਸਪੇਰੈਂਸੀ ਹੁੰਦੀ ਸੀਗੀ, ਐਜੂਕੇਸ਼ਨ ਲੈਵਲ ਦਾ ਵੀ ਫਰਕ ਸੀਗਾ, ਉਹ ਕਿਸੇ ਇੱਕ ਆਰਗੇਨਾਈਜੇਸ਼ਨ ਦਾ ਨਹੀਂ ਸੀਗਾ, ਓਵਰਆਲ ਸੁਸਾਇਟੀ ਦਾ ਸੀਗਾ। ਸੋ ਜਦੋਂ ਟਾਈਮ ਚੇਂਜ ਹੁੰਦਾ ਹੈ, ਕਈ ਤਰ੍ਹਾਂ ਦੇ ਐਕਟ ਆ ਗਏ ਨਵੇਂ, ਕੋਈ ਰਾਈਟ ਟੂ ਇਨਫੋਰਮੇਸ਼ਨ ਐਕਟ ਆ ਗਿਆ, ਸਰਵਿਸ ਐਕਟ ਆ ਗਿਆ, ਸੋ ਅਕਾਊਂਟੇਬਿਲਿਟੀ ਵੱਧ ਗਈ ਪੁਲਿਸ ਦੀ। ਉਹਦੇ ਨਾਲ ਐਜੂਕੇਸ਼ਨ ਲੈਵਲ ਵੀ ਵਧਿਆ, ਜੋ ਅਸੀਂ ਰੀਸੈਂਟਲੀ ਦੇਖਦੇ ਹਾਂ ਹੁਣ ਤਾਂ ਪੁਲਿਸ ਦੇ ਉੱਤੇ ਕਈ ਤਰ੍ਹਾਂ ਦਾ ਪ੍ਰੈਸ਼ਰ ਆ, ਪੁਲਿਸ ਦੇ ਉੱਤੇ ਚੰਗਾ ਕੰਮ ਕਰਨ ਦਾ ਪ੍ਰੈਸ਼ਰ ਤਾਂ ਹੈ ਹੀ ਹੈ, ਨਾਲ ਛੋਟੀ ਮੋਟੀ ਗਲਤੀ ਵੀ ਪੁਲਿਸ ਦੀ ਜਿਹੜੀ ਆ ਉਹ ਵੀ ਸਾਹਮਣੇ ਹਾਈਲਾਈਟ ਹੁੰਦੀ ਹੈ। ਸੋਸ਼ਲ ਮੀਡੀਆ ਦਾ ਇੰਨਾ ਜ਼ਿਆਦਾ ਇੰਪੈਕਟ ਆ, ਹਰ ਚੀਜ਼ ਤੁਹਾਡੀ ਰਿਕਾਰਡ ਹੁੰਦੀ ਆ। ਸੋ ਉਹ ਜਿਹੜੀਆਂ ਚੀਜ਼ਾਂ ਜਦੋਂ ਟੈਕਨੋਲੋਜੀ ਚੇਂਜ ਹੁੰਦੀ ਆ, ਜਦੋਂ ਐਜੂਕੇਸ਼ਨ ਲੈਵਲ ਜਿਹੜਾ ਹੈ ਉਹ ਗਰੋ ਕਰਦਾ ਹੈ ਸੁਸਾਇਟੀ ਦਾ, ਉਸੇ ਤਰ੍ਹਾਂ ਹੀ ਪੁਲਿਸ ਵੀ ਉਸੇ ਟ੍ਰਾਂਜੀਸ਼ਨਸ ਦੇ ਵਿੱਚੋਂ ਨਿਕਲੀ। ਅੱਜ ਦੀ ਡੇਟ ਦੇ ਵਿੱਚ ਜਿਹੜੀ ਆਪਾਂ ਕਹਾਂਗੇ ਕਿ ਪੁਲਿਸ ਜਿਹੜੀ ਜ਼ਿਆਦਾ ਰਿਸਪੌਂਸਿਵ ਵੀ ਜ਼ਿਆਦਾ ਹੈ, ਬਿਕੋਜ਼ ਟਾਈਮ ਡਿਮਾਂਡ ਕਰਦਾ ਇਸ ਚੀਜ਼ ਦੀ ਕਿ ਤੁਸੀਂ ਰਿਸਪੌਂਸਿਵ ਹੋਣੇ ਚਾਹੀਦੇ ਆ। ਲੋਕੀ ਐਕਸਪੈਕਟ ਕਰਦੇ ਆ ਕਿ ਕੋਈ ਇਸ਼ੂ ਹੋਇਆ ਤੁਸੀਂ ਫਟਾਫਟ ਪਹੁੰਚੋ। ਟਰਾਂਸਪੇਰੈਂਟ ਹੋਣਾ ਜ਼ਰੂਰੀ ਹੈ, ਬਿਕੋਜ਼ ਤੁਹਾਡਾ ਲਾਅ ਡਿਮਾਂਡ ਕਰਦਾ ਹੈ। ਜਿਹੜੇ ਨਵੇਂ ਟੈਕਨੋਲੋਜੀ ਆ ਗਈ ਉਹਦੇ ਵਿੱਚ ਤਾਂ ਹਰ ਚੀਜ਼ ਤੁਸੀਂ ਤਾਂ ਇਹ ਪੁਲਿਸ ਆਫੀਸਰ ਨੂੰ ਤਾਂ ਹਮੇਸ਼ਾ ਹੀ ਸੋਚਣਾ ਚਾਹੀਦਾ ਹੈ ਕਿ ਮੈਂ ਹਰ ਵੇਲੇ ਅੰਡਰ ਕੈਮਰਾ ਹਾਂ, ਚਾਹੇ ਉਹ ਕੋਈ ਡਿਊਟੀ ਕਰ ਰਿਹਾ, ਚਾਹੇ ਕੋਈ ਕੰਮ ਕਰ ਰਿਹਾ, ਚਾਹੇ ਉਹ ਸੜਕ 'ਤੇ ਡਿਊਟੀ ਕਰ ਰਿਹਾ, ਚਾਹੇ ਕੋਈ ਪੁਲਿਸ ਸਟੇਸ਼ਨ ਦੇ ਵਿੱਚ ਡਿਊਟੀ ਕਰ ਰਿਹਾ। ਸੋ ਉਹਦੇ ਨਾਲ ਬਿਹੇਵੀਅਰਲ ਚੇਂਜ ਹੁੰਦੀ ਆ, ਔਰ ਮੈਂ ਕਹੂੰਗਾ ਉਹ ਪੋਜ਼ੀਟਿਵ ਵਾਲੇ ਪਾਸੇ ਨੂੰ ਹੋਈ ਆ। ਪੁਲਿਸ ਅਫੀਸ਼ੀਅਲ ਜ਼ਿਆਦਾ ਐਜੂਕੇਟਿਡ ਹੋਏ ਆ, ਲੋਕਾਂ ਨੂੰ ਜ਼ਿਆਦਾ ਅੱਛਾ ਰਿਸਪੌਂਡ ਕਰਦੇ ਆ, ਲੋਕਾਂ ਦੇ ਨਾਲ ਬਿਹੇਵੀਅਰ ਚੇਂਜ ਹੋਇਆ। ਸੋ ਇਹ ਇੱਕ ਟ੍ਰਾਂਜੀਸ਼ਨ ਪੀਰੀਅਡ ਹੈ, ਹੋਰ ਅੱਗੇ ਕਿਉਂਕਿ ਸੁਸਾਇਟੀ ਵੀ ਡਿਮਾਂਡ ਕਰਦੀ ਹੈ, ਟੈਕਨੋਲੋਜੀ ਦੀ ਡਿਵੈਲਪਮੈਂਟ ਇੰਨੀ ਹੋ ਗਈ, ਉਹ ਡਿਮਾਂਡ ਕਰਦੇ ਆ। ਸੋ ਇਹ ਚੇਂਜਿਸ ਜਿਹੜੀਆਂ ਓਵਰ ਏ ਪੀਰੀਅਡ ਆਫ ਟਾਈਮ 20 ਸਾਲਾਂ 'ਚ ਤਾਂ ਬਹੁਤ ਜ਼ਿਆਦਾ ਚੇਂਜ ਆਈ ਹੈ, ਪਿਛਲੇ 5-6 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਈ ਹੈ ਟੈਕਨੋਲੋਜੀ। ਹਾਂਜੀ ਸਰ, 192 ਪੁਲਿਸ ਆਫੀਸਰ 1 ਲੱਖ ਪਬਲਿਕ ਦੇ ਉੱਤੇ, ਮੇਰਾ ਖਿਆਲ ਇਹ ਵੀ ਇੱਕ ਬੜਾ ਵੱਡਾ ਬਰਡਨ ਨਹੀਂ ਹੈ? ਰੇਸ਼ੋ ਪ੍ਰਪੋਰਸ਼ਨ ਜਿਹੜਾ ਇਸ ਦੇ ਬਾਰੇ ਕੀ ਦੱਸੋਗੇ? ਦੇਖੋ ਇਹ ਰੇਸ਼ੋ ਜਿਹੜੀ ਆ ਇਹ ਤਾਂ ਇਹਨੂੰ ਐਨਹਾਂਸ ਕਰਨਾ ਇੰਨਾ ਸੌਖਾ ਕੰਮ ਨਹੀਂ ਹੁੰਦਾ। ਤਦੇ ਮੈਂ ਕਹਿ ਰਿਹਾ ਸਾਨੂੰ ਹੋਰ ਚੀਜ਼ਾਂ ਬਾਰੇ ਸੋਚਣਾ ਪਏਗਾ ਨਾਲ। ਜਿਸ ਤਰ੍ਹਾਂ ਮੈਂ ਟੈਕਨੋਲੋਜੀ ਦੀ ਗੱਲ ਕੀਤੀ ਸੀ, ਜਿਸ ਤਰ੍ਹਾਂ ਹੁਣ ਅਸੀਂ ਅੰਮ੍ਰਿਤਸਰ ਦੇ ਵਿੱਚ ਪਿਛਲੇ ਕੁਝ ਟਾਈਮ ਦੇ ਵਿੱਚ ਇੰਪਰੂਵਮੈਂਟ ਟਰਸਟ ਨੇ ਸਾਡਾ ਬੜਾ ਸਾਥ ਦਿੱਤਾ, ਸਾਡੇ ਜਿਹੜੇ ਲੋਕਲ ਰਿਪਰੈਜ਼ੈਂਟੇਟਿਵਸ ਨੇ ਉਹ ਵੀ ਸਾਥ ਦੇ ਰਹੇ। ਅਸੀਂ ਬਹੁਤ ਸਾਰੇ ਕੈਮਰਾਜ਼ ਲਗਵਾਏ ਪਿਛਲੇ ਟਾਈਮ ਦੇ ਵਿੱਚ, ਅਲੱਗ-ਅਲੱਗ ਏਰੀਆਜ਼ ਦੇ ਵਿੱਚ ਲਗਵਾਏ। ਸੋ ਜਿਹੜੇ CCTV ਕੈਮਰਾਜ਼ ਹੁੰਦੇ ਆ, ਇੱਕ ਤਰ੍ਹਾਂ ਨਾਲ ਇਹ ਇੱਕ ਕੈਮਰਾ ਜਿਹੜਾ ਵਾ ਯੂ ਕੈਨ ਸੇ ਕਿ ਕਿੰਨੀ ਮੈਨ ਪਾਵਰ ਨੂੰ ਸਬਸਟੀਟਿਊਟ ਕਰ ਸਕਦਾ ਵਾ। ਸੋ ਮੈਨ ਪਾਵਰ ਇਨਕਰੀਜ਼ ਕਰਨਾ ਜਿਹੜਾ ਬੜਾ ਔਖਾ ਕੰਮ ਆ, ਕਿਉਂਕਿ ਵੈਕੈਂਸੀਜ਼ ਉਨੀਆਂ ਹੀ ਹੁੰਦੀਆਂ ਵਾ, ਬਟ ਉਹਨੂੰ ਸਪਲੀਮੈਂਟ ਕਰ ਸਕਦੇ ਹਾਂ ਵਿਦ ਦੀ ਟੈਕਨੋਲੋਜੀ, ਜਿਹੜੀ ਕਿ ਹੁਣ ਆਪਾਂ ਕਰ ਰਹੇ ਹਾਂ ਆਲਰੇਡੀ। ਔਰ ਮੈਨੂੰ ਲੱਗਦਾ ਅੱਗੇ ਕਿਉਂਕਿ ਹੁਣ ਕਈ ਵੱਡੇ ਸ਼ਹਿਰ ਆ ਜਿੱਥੇ ਮਤਲਬ ਆਪਾਂ ਫੋਰਨ ਦੇ ਕਈ ਸਿਟੀਜ਼ ਦੀ ਐਗਜ਼ਾਮਪਲ ਲਈਏ ਕਿ ਉੱਥੇ ਕਈ ਇਹੋ ਜਿਹੀ ਸਿਟੀ ਹੈਗੇ ਜਿੱਥੇ 5 ਲੱਖ ਤੱਕ ਕੈਮਰਾਜ਼ ਲੱਗੇ ਹੋਏ ਆ। ਸੋ ਅੰਮ੍ਰਿਤਸਰ ਦੇ ਵਿੱਚ ਅਸੀਂ ਪਿਛਲੇ ਕੁਝ ਟਾਈਮ ਦੇ ਦੌਰਾਨ ਅਸੀਂ 1000 ਤੋਂ 1200 ਦੇ ਵਿੱਚ ਕੈਮਰਾਜ਼ ਲਗਵਾਏ ਆ। ਸਾਡੇ ਇੰਪਰੂਵਮੈਂਟ ਟਰਸਟ ਨੇ ਸਾਨੂੰ ਕੁਝ ਏਰੀਆਜ਼ ਜਿਹੜੇ ਸੀਗੇ ਜਿੱਦਾਂ ਰਣਜੀਤ ਐਵੀਨਿਊ 'ਚ ਹੁਣ ਲਾ ਕੇ ਦੇ ਰਹੇ ਆ, ਸਿਵਲ ਲਾਈਨ ਦੇ ਵਿੱਚ ਕਾਫੀ ਕੈਮਰਾਜ਼ ਲਵਾਏ ਆ। ਸਾਡੇ MP ਸਾਹਿਬਾਨ ਉਹਨਾਂ ਨੇ ਕੁਝ ਫੰਡ ਦਿੱਤੇ ਜਿਹਦੇ ਜੋ ਅਸੀਂ ਲਾਰੈਂਸ ਰੋਡ ਦੇ ਉੱਤੇ, ਹੌਲ ਬਾਜ਼ਾਰ ਦੇ ਵਿੱਚ, ਹੋਰ ਕਈ ਏਰੀਆਜ਼ ਨੂੰ ਕਵਰ ਕਰ ਰਹੇ ਹਾਂ। ਸੋ ਸਾਨੂੰ ਅੱਗੇ ਜਿਸ ਤਰ੍ਹਾਂ ਆਪਾਂ ਕਿਹਾ ਸੀਗਾ ਬਿਹੇਵੀਅਰ ਚੇਂਜ ਹੁੰਦਾ ਟੈਕਨੋਲੋਜੀ ਦੇ ਨਾਲ। ਟੈਕਨੋਲੋਜੀ ਪੁਲਿਸ ਨੂੰ ਇੱਕ
ਪ੍ਰੋਪਰਲੀ ਸਪਲੀਮੈਂਟ ਵੀ ਕਰਦੀ ਹੈ। ਸੋ ਇਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਆ। ਜਿੱਦਾਂ ਆਪਾਂ ਟ੍ਰੈਫਿਕ ਦੀ ਗੱਲ ਕਰਦੇ ਹਾਂ, ਟ੍ਰੈਫਿਕ ਦੇ ਵਿੱਚ ਜੇ ਆਪਣੇ ਕੈਮਰਾਜ਼ ਲੱਗ ਜਾਣਗੇ, ਜੇ ਆਟੋਮੈਟਿਕ ਨੰਬਰ ਪਲੇਟ ਰੀਡਰਸ ਲੱਗ ਜਾਣਗੇ ਨਾਲ, ਤਾਂ ਪੁਲਿਸ ਅਫੀਸ਼ੀਅਲ ਦੀ ਖੜੇ ਹੋ ਕੇ ਚਲਾਨ ਕੱਟਣ ਦੀ ਜ਼ਰੂਰਤ ਹੀ ਨਹੀਂ। ਆਟੋਮੈਟਿਕਲੀ ਗੱਡੀ ਦਾ ਨੰਬਰ ਪਿਕ ਹੋਏਗਾ, ਵਾਇਲੇਸ਼ਨ ਕਰੇਗਾ, ਕੋਈ ਚਲਾਨ ਉਹਦੇ ਘਰ ਆ ਜਾਏਗਾ। ਲੋਕਾਂ ਦੇ ਉੱਤੇ ਉਹ ਇੱਕ ਬੜਾ ਡਿਟਰੈਂਟ ਇਫੈਕਟ ਬੜਾ ਹੁੰਦਾ ਹੈ ਉਹਦਾ। ਸੋ ਇਹ ਆਪਾਂ ਮੈਨ ਪਾਵਰ ਇਨਕਰੀਜ਼ ਜਿਹੜੀ ਆ ਕਰਨੀ ਦੇ ਨਾਲ ਆਪਾਂ ਨੂੰ ਟੈਕਨੋਲੋਜੀ ਦੀ ਵਰਤੋਂ ਪੂਰੀ ਕਰਨੀ ਪਊਗੀ। ਸਰ, ਜਿਸ ਤਰ੍ਹਾਂ ਤੁਸੀਂ ਬੜੀ ਡਿਟੇਲ 'ਚ ਦੱਸਿਆ ਕਿ ਜਿਹੜੀ ਮਾਡਰਨ ਟੈਕਨੋਲੋਜੀ ਹੈ ਉਸ ਦੀ ਮਦਦ ਦੇ ਨਾਲ ਪੁਲਿਸ ਕਾਫੀ ਰੋਕਥਾਮ ਕਰ ਸਕਦੀ ਹੈ। ਕੀ ਇਸ ਰੋਕਥਾਮ ਦੇ ਵਿੱਚ, ਕਿਉਂਕਿ ਕੋਵਿਡ ਇੱਕ ਐਸੀ ਲੜਾਈ ਹੈ ਜਿਹੜੀ ਇਕੱਲੀ ਨਹੀਂ ਸੀ ਲੜੀ ਜਾ ਸਕਦੀ, ਕੀ ਤੁਹਾਨੂੰ ਪ੍ਰਾਈਵੇਟ ਲੋਕਾਂ ਨੇ ਸਹਿਯੋਗ ਦਿੱਤਾ ਔਰ ਕੀ ਕੁਝ NGO ਸੀ ਜਿਨ੍ਹਾਂ ਦੇ ਨਾਲ ਤੁਹਾਡੇ ਮਿਲਵਰਤਨ ਹੋ ਕੇ ਕੰਮ ਕੀਤਾ ਗਿਆ? ਦੇਖੋ, NGOs ਤਾਂ ਬਹੁਤ ਸੀਗੀਆਂ, ਮੈਂ ਕਿਸੇ ਦਾ ਵੀ ਇੱਕ ਦਾ ਨਾਮ ਨਹੀਂ ਲੈਣਾ ਚਾਹਾਂਗਾ ਕਿਉਂਕਿ ਉਹਦੇ ਨਾਲ ਫਿਰ, ਕਿਉਂਕਿ ਇਹਦੇ 'ਚ ਸਿਰਫ NGOs ਨੇ ਸਾਥ ਨਹੀਂ ਦਿੱਤਾ, ਸਾਡਾ ਪਬਲਿਕ ਨੇ ਬਹੁਤ ਸਾਥ ਦਿੱਤਾ, ਇੰਡੀਵਿਜੂਅਲਸ ਨੇ ਬੜਾ ਸਾਥ ਦਿੱਤਾ, ਪ੍ਰਾਈਵੇਟ ਜਿਹੜੇ ਐਜ਼ ਐਨ ਇੰਡੀਵਿਜੂਅਲ ਪਰਸਨ ਲੋਕਾਂ ਨੇ ਬੜਾ ਸਾਥ ਦਿੱਤਾ। ਕਿਉਂਕਿ ਜਿਹੜਾ ਉਹ ਸ਼ੁਰੂ ਵਾਲਾ ਟਾਈਮ ਸੀਗਾ, ਜਿੱਦਾਂ ਮੈਂ ਦੱਸਿਆ, ਜਦੋਂ ਫੂਡ ਡਿਸਟਰੀਬਿਊਸ਼ਨ ਦਾ ਟਾਈਮ ਸੀਗਾ, ਦਵਾਈਆਂ ਦਾ ਟਾਈਮ ਸੀਗਾ, ਉਹਨਾਂ ਦਿਨਾਂ ਦੇ ਵਿੱਚ ਬਹੁਤ ਪਬਲਿਕ ਨੇ ਪਾਰਟਿਸਿਪੇਟ ਕੀਤਾ। ਸਾਡੇ ਪੁਲਿਸ ਅਫੀਸ਼ੀਅਲਸ ਨੇ ਆਪ ਵੀ ਖਾਣਾ ਤਿਆਰ ਕੀਤਾ ਔਰ ਬਹੁਤ ਸੰਸਥਾਵਾਂ ਨੇ, ਬਹੁਤ ਲੋਕਾਂ ਨੇ ਬਹੁਤ ਸਾਥ ਦਿੱਤਾ। ਮੈਂ ਸਾਰਿਆਂ ਦਾ ਹੀ ਉਦੋਂ ਵੀ ਮੈਂ ਕਿਹਾ ਸੀਗਾ, ਹੁਣ ਵੀ ਆ, ਅਸੀਂ ਬੜੇ ਧੰਨਵਾਦੀ ਹਾਂ, ਪੂਰੇ ਸਮਾਜ ਦੇ ਵੱਲੋਂ ਹੀ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ। ਸਰ, ਕੋਵਿਡ 2020 ਤੇ ਕੋਵਿਡ 2021 ਉਦੋਂ ਕੰਪਲੀਟ ਲਾਕਡਾਊਨ ਸੀ, ਅੱਜ ਪਾਰਸ਼ੀਅਲ ਲਾਕਡਾਊਨ ਹੈ, ਦੋਵਾਂ ਦੇ ਵਿੱਚ ਫਰਕ ਔਰ ਇਸ ਦਾ ਅਸਰ? ਦੇਖੋ, ਜਿਹੜਾ ਕੋਵਿਡ 2020 ਦੇ ਵਿੱਚ ਸੀਗਾ, ਉਦੋਂ ਬਿਲਕੁਲ ਪਹਿਲੀ ਵਾਰੀ ਇੱਦਾਂ ਦੀ ਕੋਈ ਬਿਮਾਰੀ ਜਿਹੜੀ ਸਾਹਮਣੇ ਆਈ ਸੀਗੀ। ਉਦੋਂ ਇਹ ਵੀ ਨਹੀਂ ਸੀ ਪਤਾ ਕਿ ਇਹਦੇ ਨਾਲ ਡੀਲ ਕਰਨ ਲਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਆ ਆਪਣੇ ਕੋਲੇ PPE ਕਿਟਸ ਵੀ ਨਹੀਂ ਸੀਗੀਆਂ, ਉਦੋਂ ਦਵਾਈਆਂ ਨਹੀਂ ਸੀਗੀਆਂ, ਕੋਈ ਇਸ ਤਰ੍ਹਾਂ ਦਾ ਕੋਵਿਡ ਕੇਅਰ ਸੈਂਟਰ ਨਹੀਂ ਹੈਗੇ ਸੀ, ਇਨਫਰਾਸਟ੍ਰਕਚਰ ਨਹੀਂ ਹੈਗਾ ਸੀਗਾ। ਸੋ ਜਿਹੜਾ ਉਹ ਲਾਕਡਾਊਨ ਸੀਗਾ, ਉਹਦਾ ਮੇਨ ਮੋਟਿਵ, ਮੇਨ ਮੰਤਵ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ PPE ਕਿਟਸ ਤਿਆਰ ਹੋ ਜਾਣ ਸਾਡੀਆਂ, ਇਹਦੀ ਕੋਈ ਟ੍ਰੀਟਮੈਂਟ ਪ੍ਰੋਟੋਕੋਲ ਪਤਾ ਲੱਗੇ। ਉਹਨਾਂ ਦਿਨਾਂ 'ਚ ਕੋਈ ਟ੍ਰੀਟਮੈਂਟ ਪ੍ਰੋਟੋਕੋਲ ਨਹੀਂ ਪਤਾ ਸੀ। ਕੋਈ ਕਹਿੰਦਾ ਸੀ ਹਾਈਡਰੋਕਸੀ ਕਲੋਰੋਕੁਈਨ ਖਾ ਲਓ ਜੀ, ਪ੍ਰੀਵੈਂਟ ਹੋ ਜਾਂਦਾ ਹੈ। ਬਾਅਦ 'ਚ ਸਟੀਰੋਇਡਸ ਦੀ ਯੂਜ਼ ਹੋਣੀ ਸ਼ੁਰੂ ਹੋ ਗਈ, ਫਿਰ ਟੋਸੀਲੀਜ਼ੁਮੈਬ ਆ ਗਈ। ਸੋ ਕੋਈ ਪ੍ਰੋਟੋਕੋਲ ਉਦੋਂ ਅਜੇ ਕਿਸੇ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਸੀਗਾ। ਬਟ ਜਿਹੜਾ ਮੇਨ ਉਸ ਟਾਈਮ ਦੇ ਵਿੱਚ ਯੂਟੀਲਾਈਜ਼ ਕੀਤਾ ਕਿ ਹੌਸਪੀਟਲਸ ਦੇ ਵਿੱਚ ਬੈਡਸ ਦੀ ਇਨਹਾਂਸਮੈਂਟ ਕਰਨ ਵਾਸਤੇ ਕੋਵਿਡ ਕੇਅਰ ਸੈਂਟਰ ਜਿੱਦਾਂ ਤਿਆਰ ਕਰਨਾ ਸੀਗਾ, ਫਿਰ PPE ਕਿਟਸ ਉਦੋਂ ਨਹੀਂ ਹੈਗੀਆਂ ਸੀ ਅਵੇਲੇਬਲ। ਸੋ ਉਹ ਪੀਰੀਅਡ ਜਿਹੜਾ ਉਹਦੇ ਵਾਸਤੇ ਯੂਟੀਲਾਈਜ਼ ਕੀਤਾ ਗਿਆ ਸੀਗਾ। ਜਿਹੜਾ ਕੋਵਿਡ, ਜਿਹੜਾ ਹੁਣ ਦੁਬਾਰਾ ਜਿਹੜੀ ਸੈਕੰਡ ਵੇਵ ਆਈ ਹੈ ਆਪਣੀ, ਇਹ ਸੈਕੰਡ ਵੇਵ ਦੇ ਵਿੱਚ ਡਿਫਰੈਂਟ ਟਾਈਪ ਦੀਆਂ ਪ੍ਰੋਬਲਮਸ ਆ ਗਈਆਂ। ਸੈਕੰਡ ਵੇਵ ਦੇ ਵਿੱਚ PPE ਕਿਟਸ ਅਵੇਲੇਬਲ ਆ, ਦਵਾਈਆਂ ਕਾਫੀ ਹੱਦ ਤੱਕ ਅਵੇਲੇਬਲ ਆ, ਬੈਡਸ ਵੀ ਅਵੇਲੇਬਲ ਆ, ICU ਦੇ ਬੈਡਸ ਵੀ ਅਵੇਲੇਬਲ ਆ, ਮਤਲਬ ਲੈਵਲ 2 ਲੈਵਲ 3 ਦੋਨੇ ਤਰ੍ਹਾਂ ਦੇ ਬੈਡਸ ਅਵੇਲੇਬਲ ਆ। ਇਸ ਵਾਰੀ ਆਕਸੀਜਨ ਦੀ ਪ੍ਰੋਬਲਮ ਆ ਗਈ, ਉਹ ਹੁਣ ਕਾਫੀ ਹੱਦ ਤੱਕ ਸਾਰਿਆਂ ਦੇ ਸਹਿਯੋਗ ਦੇ ਨਾਲ ਉਹ ਕਾਫੀ ਹੱਦ ਤੱਕ ਦੂਰ ਹੋਈ ਹੈ। ਸੋ ਕੋਵਿਡ 1 ਜਿਹੜਾ ਸੀਗਾ, ਜਿਹੜੀ ਪਹਿਲੀ ਵੇਵ ਸੀਗੀ ਕੋਵਿਡ ਦੀ, ਜਿਹੜੀ ਉਸ ਦੌਰਾਨ ਕੋਈ ਵੀ ਇਨਫਰਾਸਟ੍ਰਕਚਰ ਨਹੀਂ ਹੈਗਾ ਸੀ। ਇਸ ਵਾਰੀ ਉਹਦੇ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਇਹ ਹੈ ਕਿ ਆਪਣੇ ਕੋਲੇ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਸੀਗਾ ਉਹ ਹੈਗਾ ਸੀਗਾ, ਜਿਹੜੀਆਂ ਕੁਝ ਚੀਜ਼ਾਂ ਨੂੰ ਐਨਹਾਂਸ ਕਰਨ ਦੀ ਜ਼ਰੂਰਤ ਸੀਗੀ। ਫਿਰ ਕੋਵਿਡ ਉਸ ਟਾਈਮ ਦੇ ਦੌਰਾਨ ਬਿਲਕੁਲ ਆਪਾਂ ਨੂੰ ਆਈਡੀਆ ਨਹੀਂ ਸੀਗਾ ਕਿ ਇਹਦਾ ਕੀ ਟ੍ਰੀਟਮੈਂਟ ਪ੍ਰੋਟੋਕੋਲ ਹੋਏਗਾ, ਇਹਦਾ ਕੀ ਫਰਟੈਲਿਟੀ ਰੇਟ ਹੋਏਗਾ, ਸਪਰੈਡ ਕਿਵੇਂ ਹੁੰਦਾ ਹੈ, ਟਰਾਂਸਮਿਸ਼ਨ ਕਿਵੇਂ ਹੁੰਦੀ। ਇਸ ਵਾਰੀ ਐਟਲੀਸਟ ਟਰਾਂਸਮਿਸ਼ਨ ਕਲੀਅਰ ਆ ਕਿ ਜੇ ਆਪਾਂ ਮਾਸਕ ਪਾਵਾਂਗੇ, ਸੈਨੀਟਾਈਜ਼ ਕਰਾਂਗੇ, ਡਿਸਟੈਂਸ ਮੇਨਟੇਨ ਕਰਾਂਗੇ ਤਾਂ ਇਹਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਵਾ। ਸੋ ਸੈਕੰਡ ਜਿਹੜੀ ਵੇਵ ਆਈ ਹੈ, ਇਹਦੇ ਵਿੱਚ ਤਦ ਕਰਕੇ ਪਾਰਸ਼ੀਅਲ ਲਾਕਡਾਊਨ ਇਸ ਕਰਕੇ ਆ ਬਿਕੋਜ਼ ਆਪਾਂ ਨੂੰ ਇਹ ਮਹਿਸੂਸ ਹੋਇਆ ਕਿ ਲਾਈਫ ਦੇ ਨਾਲ ਨਾਲ ਲਾਈਵਲੀਹੁੱਡ ਵੀ ਇਕੁਅਲੀ ਇੰਪੋਰਟੈਂਟ ਆ। ਤਾਂ ਜੋ ਲੋਕਾਂ ਨੂੰ ਪਿਛਲੀ ਵਾਰੀ ਮਾਈਗ੍ਰੈਂਟਸ ਦੀ ਪ੍ਰੋਬਲਮ ਆਈ, ਇਸ ਵਾਰੀ ਉੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਲੋਕਾਂ ਨੂੰ ਖਾਣੇ ਦੀ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ। ਸੋ ਜਿੰਨੇ ਮੈਕਸਿਮਮ ਮਤਲਬ ਜਿਹੜੀਆਂ ਮੈਕਸਿਮਮ ਪੋਸੀਬਲ ਰਿਸਟ੍ਰੇਂਟਸ ਦੇ ਨਾਲ ਆਪਾਂ ਇਹਨੂੰ ਕਾਬੂ ਕੀਤਾ ਜਾਵੇ, ਉਹ ਉਸ ਜਿਹੜੀ ਆ ਥਿਊਰੀ ਦੇ ਉੱਤੇ ਚੱਲਿਆ ਗਿਆ ਸੈਕੰਡ ਟਾਈਮ ਦੇ ਵਿੱਚ। ਸਰ, ਇਸ ਕੋਵਿਡ ਦੇ ਦੌਰਾਨ ਕ੍ਰਾਈਮ ਦੇ ਵਿੱਚ ਵਾਧਾ ਹੋਇਆ ਕਿ ਘਟਾ, ਔਰ ਅਗਰ ਵਾਧਾ ਹੋਇਆ ਤੇ ਕਿਸ ਪ੍ਰਕਾਰ ਦੇ ਕ੍ਰਾਈਮ ਨੋਟਿਸ 'ਚ ਆਏ? ਨਹੀਂ, ਇਹ ਜਿਹੜਾ ਵੱਧ ਜਾਂ ਘੱਟ ਨਹੀਂ ਹੁੰਦਾ ਜੀ। ਜਿਹੜਾ ਜਦੋਂ ਲਾਕਡਾਊਨ ਸੀਗਾ, ਫਸਟ ਟਾਈਮ ਜਦੋਂ ਲਾਕਡਾਊਨ ਸੀਗਾ, ਉਹਦੇ ਵਿੱਚ ਬਹੁਤ ਕ੍ਰਾਈਮ ਘਟਿਆ ਐਂਡ ਉਦੋਂ ਵੀ ਐਕਸਪੈਕਟਡ ਸੀਗਾ ਕਿ ਲੋਕਾਂ ਦੇ ਕੋਲੇ, ਕਿਉਂਕਿ ਅਨਇੰਪਲੋਇਮੈਂਟ ਹਮੇਸ਼ਾ ਇਹ ਕੁਦਰਤੀ ਫਿਨੋਮੀਨਾ, ਇਹ 'ਚ ਕਿਸੇ ਦਾ ਕਸੂਰ ਨਹੀਂ ਹੁੰਦਾ, ਅਨਇੰਪਲੋਇਮੈਂਟ ਵੱਧਦੀ ਆ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ। ਸੋ ਉਦੋਂ ਇਹ ਐਕਸਪੈਕਟਡ ਸੀਗਾ ਕਿ ਜਦੋਂ ਇਹ ਲਾਕਡਾਊਨ ਖਤਮ ਹੋਏਗਾ ਕ੍ਰਾਈਮ ਜਿਹੜਾ ਇਨਕਰੀਜ਼ ਹੋਏਗਾ, ਜਿਹੜਾ ਕਿ ਕੁਛ ਇਨਕਰੀਜ਼ ਵੀ ਹੋਇਆ। ਬਟ ਐ ਨਹੀਂ ਆਪਾਂ ਕਹਿ ਸਕਦੇ ਕਿ ਕੋਈ ਐਜ਼ ਕੰਪੇਅਰ ਟੂ ਪ੍ਰੀਵੀਅਸ ਈਅਰਸ ਕੋਈ ਅਲਾਰਮਿੰਗ ਇਨਕਰੀਜ਼ ਸੀਗਾ। ਸੋ ਜਿਹੜਾ ਕ੍ਰਾਈਮ ਇਹਨਾਂ ਦਿਨਾਂ ਦੇ ਵਿੱਚ ਵੱਧਦਾ ਹੈ, ਹਮੇਸ਼ਾ ਸਨੈਚਿੰਗਸ ਵੱਧਦੀਆਂ ਹੈ ਐਂਡ ਦੈਟ ਟੂ ਜਿਹੜੀਆਂ ਛੋਟੀਆਂ ਸਨੈਚਿੰਗਸ ਆ, ਕੋਈ ਮੋਬਾਈਲ ਸਨੈਚਿੰਗ, ਚੇਨ ਸਨੈਚਿੰਗ, ਉਹ ਇਨਹਾਂਸ ਜ਼ਰੂਰ ਹੋਇਆ
ਪਰ ਅਦਰਵਾਈਜ਼ ਕੋਈ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਕੋਵਿਡ ਦੇ ਨਾਲ ਲਿੰਕਡ ਸੀਗਾ। ਕ੍ਰਾਈਮ ਦਾ ਹਮੇਸ਼ਾ ਇਹ ਹੁੰਦਾ ਕਿ ਜਦੋਂ ਵੀ ਦੇਖੋ ਇਹ ਜਿਹੜਾ ਪੁਲਿਸ ਦਾ ਕੰਮ ਆ ਨਾ ਜੀ, ਇਹ ਹਮੇਸ਼ਾ ਇਹ ਕਦੀ ਸਟੇਬਲ ਕੰਮ ਨਹੀਂ ਹੁੰਦਾ। ਇਹਦੇ ਵਿੱਚ ਕ੍ਰਾਈਮ ਕਦੀ ਵੱਧ ਜਾਂਦਾ ਹੈ, ਘਟ ਜਾਂਦਾ ਹੈ। ਜਦੋਂ ਵੀ ਕੋਈ ਨਵਾਂ ਕੋਈ ਲੋਕ ਮਿਲ ਜਾਂਦੇ ਆ, ਕੋਈ ਗੈਂਗ ਬਣਾ ਲੈਂਦੇ ਆ, ਉਹ ਇੱਕ ਕ੍ਰਾਈਮ ਕਰਦੇ ਆ, 2 ਕਰਦੇ ਆ, 10 ਤੱਕ ਕ੍ਰਾਈਮ ਕਰਦੇ ਆ, 20 ਤੱਕ ਕਰਦੇ ਆ। ਜਦੋਂ ਫੜੇ ਜਾਂਦੇ ਆ ਫਿਰ 2-3 ਮਹੀਨੇ ਹਮੇਸ਼ਾ ਠੀਕ ਨਿਕਲ ਜਾਂਦੇ ਆ। ਸੋ ਪਿਛਲੇ ਟਾਈਮ ਦੇ ਵਿੱਚ ਇੱਦਾਂ ਦੀ ਇੱਕ ਸਿਚੁਏਸ਼ਨ ਆਈ ਸੀਗੀ ਕਿ ਜਿਹਦੇ ਵਿੱਚ 1 ਮਹੀਨੇ 'ਚ ਬਹੁਤ ਕ੍ਰਾਈਮ ਹੋਇਆ। ਉਸ ਤੋਂ ਬਾਅਦ ਅਸੀਂ ਇੱਕ ਗੈਂਗ ਫੜਿਆ ਜਿਹਦੇ ਵਿੱਚ ਟੋਟਲ 12 ਬੰਦੇ ਸੀਗੇ, ਔਰ ਜਦੋਂ ਉਹਨਾਂ ਨੂੰ ਫੜ ਕੇ ਇੰਟੈਰੋਗੇਸ਼ਨ ਕੀਤੀ ਉਹਨਾਂ ਤੋਂ 29 ਕ੍ਰਾਈਮ ਟਰੇਸ ਹੋਏ ਜਿਹਦੇ ਵਿੱਚ ਅਲੱਗ-ਅਲੱਗ ਥਾਵਾਂ ਦੇ। ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਦਾ ਉਹ ਫੜੇ ਆ ਉਸ ਤੋਂ ਬਾਅਦ ਫਿਰ ਡਿਪ ਆ ਗਿਆ ਕ੍ਰਾਈਮ ਦੇ ਵਿੱਚ। ਸੋ ਇਹ ਫੇਜ਼ਿਸ ਹੁੰਦੇ ਆ। ਆਈ ਵੁੱਡ ਨਾਟ ਸੇ ਕਿ ਇਹ ਕੋਈ ਕੋਵਿਡ ਨਾਲ ਲਿੰਕਡ ਆ। ਇਹ ਓਵਰ ਏ ਪੀਰੀਅਡ ਆਫ ਟਾਈਮ ਆਈਵ ਸੀਨ, ਜਿੱਦਾਂ ਮੇਰੀ ਕਈ ਸਾਲਾਂ ਦੀ ਸਰਵਿਸ ਤੋਂ ਦੇਖਿਆ, ਇਹ ਫੇਜ਼ਿਸ ਹਰ ਜਗ੍ਹਾ 'ਤੇ ਹਰ ਟਾਈਮ ਆਉਂਦੇ ਆ। ਔਰ ਜਦੋਂ ਤੁਹਾਡਾ ਕੋਈ ਗੈਂਗ ਫੜਿਆ ਜਾਂਦਾ ਹੈ, ਤੁਹਾਡਾ ਕ੍ਰਾਈਮ ਟਰੇਸ ਹੋ ਜਾਂਦਾ ਵਾ, ਥੋੜ੍ਹੀ ਦੇਰ ਲਈ ਠੱਲ ਪੈਂਦੀ ਹੈ, ਕਿਉਂਕਿ ਕ੍ਰਿਮੀਨਲ ਨੇ ਹਮੇਸ਼ਾ ਸੋਚਣਾ ਹੈ ਕਿ ਵੀ ਮੈਂ ਕਿੱਦਾਂ ਕ੍ਰਾਈਮ ਕਰਨਾ ਵਾ। ਜਿਹੜੇ ਬੰਦੇ ਦਾ ਕ੍ਰਿਮੀਨਲ ਮਾਈਂਡ ਆ ਉਹਨੇ ਹਰ ਵੇਲੇ ਸੋਚਣਾ। ਔਰ ਪੁਲਿਸ ਜਿਹੜੀ ਆ ਉਹਨੇ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਨੀ ਆ। ਕਈ ਵਾਰੀ ਆਪਾਂ ਅਨਸਕਸੈਸਫੁਲ ਹੋ ਜਾਂਦੇ ਪ੍ਰੀਵੈਂਟ ਕਰਨ 'ਚ। ਸੋ ਕੋਵਿਡ ਨਾਲ ਡਾਇਰੈਕਟਲੀ ਆਈ ਵੁੱਡ ਨਾਟ ਸੇ ਕਿ ਕੋਈ ਕ੍ਰਾਈਮ ਦਾ ਲਿੰਕ ਸੀਗਾ। ਫੇਜ਼ ਆਇਆ ਸੀਗਾ ਇੱਕ ਮਹੀਨਾ ਬੜਾ, ਸਾਰਿਆਂ ਨੇ ਬਹੁਤ, ਮੈਨੂੰ ਵੀ ਬੜੇ ਲੋਕਾਂ ਨੇ ਕਿਹਾ ਕਿ ਕ੍ਰਾਈਮ ਬਹੁਤ ਵੱਧ ਗਿਆ ਜੀ। ਔਰ ਪ੍ਰਮਾਤਮਾ ਦੀ ਕਿਰਪਾ ਨਾਲ, ਸਾਰਿਆਂ ਦੀ ਮਿਹਨਤ ਦੇ ਨਾਲ ਜਦੋਂ ਗੈਂਗ ਫੜਿਆ ਗਿਆ ਉਸ ਤੋਂ ਬਾਅਦ ਦੁਬਾਰਾ ਸਟੇਬਿਲਿਟੀ ਆ ਗਈ ਔਰ ਨਾਰਮਲ ਕ੍ਰਾਈਮ ਆ, ਕੋਈ ਜ਼ਿਆਦਾ ਐਨਹਾਂਸ ਨਹੀਂ ਹੋਇਆ ਉਸ ਤੋਂ ਬਾਅਦ। ਸਰ ਜੇਲ੍ਹ ਦੇ ਵਿੱਚ ਕੋਵਿਡ ਦਾ ਇੰਪੈਕਟ ਦੇਖਿਆ ਗਿਆ? ਦੇਖੋ ਲਾਸਟ ਈਅਰ ਕਾਫੀ ਕੇਸਿਸ ਆਏ ਸੀਗੇ। ਲਾਸਟ ਈਅਰ ਜੇਲ੍ਹ ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਵਿੱਚ ਕਰੀਬ 400 ਕੇਸਿਸ ਆਏ ਸੀਗੇ, ਬਟ ਉਹਨਾਂ ਨੂੰ ਇਮੀਡੀਏਟਲੀ ਆਈਸੋਲੇਟ ਕਰ ਦਿੱਤਾ। ਉਹਨਾਂ ਨੂੰ ਅਲੱਗ-ਅਲੱਗ ਜੇਲ੍ਸ ਦੇ ਵਿੱਚ ਸ਼ਿਫਟ ਕਰ ਦਿੱਤਾ, ਜਿਹਦੇ ਕਰਕੇ ਉਹ ਕੰਟਰੋਲ 'ਚ ਆ ਗਿਆ। ਇਸ ਵਾਰੀ 123 124 ਕੇਸ ਇੱਕ ਦਿਨ ਆਏ ਸੀ ਜਿਹਦੇ ਵਿੱਚ ਲੇਡੀਜ਼ ਅਫੈਕਟ ਹੋਈਆਂ ਸੀਗੀਆਂ। ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਕੁਆਰੰਟੀਨ ਕੀਤਾ, ਆਈਸੋਲੇਟ ਕਰਕੇ ਕੁਆਰੰਟੀਨ ਕੀਤਾ। ਔਰ ਹੁਣ ਅੱਜ ਦੀ ਡੇਟ ਦੇ ਵਿੱਚ ਜੋ ਮੇਰੀ ਜੇਲ੍ਹ ਸੁਪਰਡੈਂਟ ਸਾਹਿਬ ਨਾਲ ਵੀ ਗੱਲ ਹੁੰਦੀ ਰਹਿੰਦੀ ਰੈਗੂਲਰਲੀ, ਅੱਜ ਦੀ ਡੇਟ 'ਚ ਜੇਲ੍ਹ ਦੇ ਵਿੱਚ ਕੋਈ ਕੇਸ ਨਹੀਂ ਹੈਗਾ ਕੋਵਿਡ ਦਾ। ਆਪਣਾ ਮਤਲਬ ਕਾਫੀ ਕੰਟਰੋਲਡ ਆ ਜੀ ਜੇਲ੍ਹ ਦੇ ਵਿੱਚ। ਸਰ ਤੁਸੀਂ ਬੜੀ ਡਿਟੇਲ ਜਾਣਕਾਰੀ ਦਿੱਤੀ ਕੋਵਿਡ ਦੇ ਬਾਰੇ, ਜੋ ਪੁਲਿਸ ਕੀ ਕੰਮ ਕਰ ਰਹੀ ਹੈ। ਹੁਣ ਲਾਸਟ ਦੇ ਵਿੱਚ ਮੈਂ ਚਾਹਾਂਗਾ ਤੁਸੀਂ ਲੋਕਾਂ ਨੂੰ ਕੋਵਿਡ ਦੇ ਬਾਰੇ ਇੱਕ ਸੰਦੇਸ਼ ਦਿਓ। ਦੇਖੋ ਮੈਂ ਇਹ ਕਹਿਣਾ ਚਾਹਾਂਗਾ ਜੀ, ਆਪਾਂ ਸ਼ੁਰੂ ਤੋਂ ਜਦੋਂ ਦੀ ਇਹ ਪ੍ਰੋਬਲਮ ਆਈ ਆ, ਆਪਾਂ 3-4 ਚੀਜ਼ਾਂ ਦੇ ਉੱਤੇ ਸਟ੍ਰੈਸ ਦਿੰਦੇ ਹਮੇਸ਼ਾ ਹੀ। ਉਹ ਬਾਰ-ਬਾਰ ਰੈਪੂਟੇਸ਼ਨ ਸੇਕ, ਪਰ ਮੈਂ ਆਪ MBBS ਕੀਤੀ ਆ, ਮੈਂ ਆਪਣੇ ਬੈਚਮੇਟਸ ਨਾਲ ਇੱਕ ਦਿਨ ਸਾਰਿਆਂ ਨਾਲ ਡਿਸਕਸ ਕੀਤਾ ਕਿ ਵੀ ਇਹਨੂੰ ਪ੍ਰੀਵੈਂਟ ਕਰਨ ਵਾਸਤੇ ਕੋਈ ਆਪਣੇ ਸੁਝਾਅ ਦਿਓ ਇਹਨੂੰ। ਸੋ ਇੱਕ ਸੁਝਾਅ ਜਿਹੜਾ ਵਾ ਸਾਰੀ ਦੁਨੀਆ ਨੂੰ ਪਤਾ ਹੈ, ਮੈਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਪਰ ਫਿਰ ਵੀ ਮੈਂ ਦੇਖਿਆ ਬਹੁਤ ਸਾਰੇ ਲੋਕ ਉਹਦੇ 'ਤੇ ਅਮਲ ਨਹੀਂ ਕਰਦੇ। ਉਹ ਸਿੰਪਲ ਸੁਝਾਅ ਹੈ ਕਿ ਮਾਸਕ ਪਾ ਕੇ ਰੱਖੋ 24 ਘੰਟੇ। ਜੇ ਮਾਸਕ ਪਾਇਆ ਹੋਵੇ ਤਾਂ ਕੋਵਿਡ ਦੀ, ਦੇਖੋ ਕੋਵਿਡ ਇੱਕ ਐਸੀ ਬਿਮਾਰੀ ਆ ਜਿਹੜੀ ਇੱਕ ਦੂਸਰੇ ਤੋਂ ਫੈਲਦੀ ਆ। ਇੱਕ ਵਾਇਰਸ ਆ ਜਿਹਨੇ ਇੱਕ ਬੰਦੇ ਤੋਂ ਦੂਜੇ ਬੰਦੇ 'ਤੇ ਟਰਾਂਸਮਿਟ ਹੋਣਾ ਹੈ। ਔਰ ਅਜੇ ਤੱਕ ਜੋ ਸਾਇੰਟੀਫਿਕਲੀ ਪ੍ਰੂਵਨ ਆ ਕਿ ਟਰਾਂਸਮਿਟ ਹੋਣ ਦਾ ਦੋ ਹੀ ਰੂਟ ਨੇ, ਜਾਂ ਉਹ ਮੂੰਹ ਥਾਣੀ ਜਾਂਦਾ ਜਾਂ ਨੱਕ ਥਾਣੀ ਜਾਂਦਾ ਵਾ। ਔਰ ਜੇ ਆਪਾਂ ਨੱਕ ਤੇ ਮੂੰਹ ਕਵਰ ਕਰਕੇ ਰੱਖਾਂਗੇ ਤਾਂ ਵਾਇਰਸ ਦੀ ਟਰਾਂਸਮਿਸ਼ਨ ਜਿਹੜੀ ਘਟ ਜਾਂਦੀ ਆ, ਆਪਣੇ ਅੰਦਰ ਵਾਇਰਸ ਦੇ ਜਾਣ ਦੀ ਪੋਸੀਬਿਲਿਟੀ ਨਹੀਂ ਰਹਿੰਦੀ। ਸੋ ਮੇਰੀ ਦੁਬਾਰਾ ਸਭ ਨੂੰ ਰਿਕੁਐਸਟ ਹੈ ਕਿ ਮਾਸਕ ਜ਼ਰੂਰ ਪਾਓ। ਦੂਸਰਾ ਹੈ ਕਿ ਜੇ ਆਪਾਂ ਲੋਕਾਂ ਦੇ ਵਿੱਚ ਨਹੀਂ ਜਾਵਾਂਗੇ, ਘੱਟ ਲੋਕਾਂ 'ਚ ਜਾਵਾਂਗੇ, ਜ਼ਿਆਦਾ ਗਰੁੱਪਿਜ਼ਮ ਦੇ ਵਿੱਚ, ਜ਼ਿਆਦਾ ਲੋਕਾਂ ਦੀ ਗੈਦਰਿੰਗਸ ਦੇ ਵਿੱਚ ਨਹੀਂ ਜਾਵਾਂਗੇ, ਤਾਂ ਇੱਕ ਦੂਜੇ ਤੋਂ ਫੈਲਣ ਦੇ ਵਿੱਚ ਨੈਚੁਰਲੀ ਇਹ ਰੁਕੇਗਾ। ਜੇ ਤੁਸੀਂ ਫਿਰ ਵੀ ਕਿਤੇ ਜਾਣਾ ਹੈ, ਇੰਟਰੈਕਟ ਕਰਦੇ ਹੋ, ਮਾਸਕ ਜ਼ਰੂਰ ਪਾਓ। ਤੀਸਰਾ ਹੈ ਕਿ ਜੇ ਰੱਬ ਨਾ ਕਰੇ ਤੁਹਾਨੂੰ ਵਾਇਰਸ ਕਿਤੇ ਹੱਥ 'ਤੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਲੱਗ ਵੀ ਗਿਆ, ਤਾਂ ਜੇ ਤੁਸੀਂ ਆਪਣੇ ਆਪ ਨੂੰ ਪ੍ਰੋਪਰਲੀ ਸੈਨੀਟਾਈਜ਼ ਕਰੋਗੇ ਤਾਂ ਉਹਨੂੰ ਦੂਰ ਕੀਤਾ ਜਾ ਸਕਦਾ ਵਾ। ਸੋ ਇਹ ਬੇਸਿਕ ਜਿਹੀਆਂ ਚੀਜ਼ਾਂ ਵਾ ਜਿਹੜੀਆਂ ਕਿ ਮੈਂ ਬਾਰ-ਬਾਰ ਦੇਖਦਾ ਹੈ। ਬਹੁਤ ਲੋਕ ਕੀ ਸੋਚਦੇ, ਲੋਕਾਂ ਨੂੰ ਇਹ ਲੱਗਦਾ ਹੈ ਕਿ ਇਨਫੋਰਸਮੈਂਟ ਏਜੰਸੀ ਹੈ ਜਿੱਦਾਂ ਪੁਲਿਸ ਆ ਜਾਂ ਹੋਰ ਆ, ਕਿ ਸ਼ਾਇਦ ਅਸੀਂ ਮਾਸਕ ਉਹਨਾਂ ਨੂੰ ਦਿਖਾਉਣ ਵਾਸਤੇ ਪਾਉਂਦੇ ਹਾਂ ਕਿ ਨਾਕੇ 'ਤੇ ਆਏ ਮਾਸਕ ਪਾ ਲਿਆ, ਪਬਲਿਕ ਫੋਰਮ 'ਤੇ ਕਿਤੇ ਕਿਸੇ ਨੇ ਦੇਖਣਾ ਉੱਥੇ ਪਾ ਲਿਆ, ਜਦੋਂ ਇਕੱਲੇ ਬੈਠੇ ਲਾ ਲਿਆ ਮਾਸਕ। ਉਹਦੇ ਵਾਸਤੇ ਨਹੀਂ ਹੈ, ਮਾਸਕ ਤੁਹਾਡੀ ਆਪਣੀ ਸੇਫਟੀ ਵਾਸਤੇ ਆ। ਦੂਸਰੀ ਚੀਜ਼ ਜਿਹੜੀ ਦੇਖਣ ਦੇ ਵਿੱਚ ਆਈ ਹੈ ਕਿ ਵੈਕਸੀਨੇਸ਼ਨ ਜਿੱਥੇ ਅਵੇਲੇਬਲ ਆ, ਵੈਕਸੀਨੇਸ਼ਨ ਜ਼ਰੂਰ ਕਰਵਾਓ। ਦੇਖੋ ਵਾਇਰਸ ਦੇ ਫੈਲਣ ਦੇ ਮੈਂ ਰੋਜ਼ ਆਪਾਂ ਪੜ੍ਹਦੇ ਹਾਂ, ਬੇਸਿਕਲੀ 3 ਹੀ ਫੈਕਟਰ ਇਹਦੇ ਵਿੱਚ ਹੈਗੇ ਆ। ਇੱਕ ਤਾਂ ਫੈਕਟਰ ਹੈਗਾ ਕਿ ਨੰਬਰ ਆਫ ਇਨਫੈਕਸ਼ੀਅਸ ਲੋਕ ਕਿੰਨੇ ਨੇ ਆਪਣੀ ਸੁਸਾਇਟੀ ਦੇ ਵਿੱਚ, ਕਿੰਨੇ ਲੋਕ ਆ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਆ। ਜਿੰਨੇ ਜ਼ਿਆਦਾ ਹੋਣਗੇ ਉਨੀ ਹੋਰ ਜ਼ਿਆਦਾ ਫੈਲੇਗੀ। ਦੂਜਾ ਹੁੰਦਾ ਕਿ ਨੰਬਰ ਆਫ ਸੁਸੈਪਟੇਬਲ ਪਰਸਨਸ ਕਿੰਨੇ ਨੇ, ਕਿ ਜਿਨ੍ਹਾਂ ਨੂੰ ਹੋ ਸਕਦਾ ਹੈ ਉਹ ਕਿੰਨੇ ਲੋਕ ਨੇ। ਜਿਨ੍ਹਾਂ ਦੀ ਵੈਕਸੀਨੇਸ਼ਨ ਨਹੀਂ ਹੋਏਗੀ ਉਹਨਾਂ ਨੂੰ ਵਾਇਰਸ ਹੋਣ ਦੇ ਜਿਹੜੀ ਡਿਜ਼ੀਜ਼ ਆ ਕੋਵਿਡ ਹੋਣ ਦੇ ਚਾਂਸਿਸ ਜ਼ਿਆਦਾ ਨੇ। ਸੋ ਜਿੰਨੇ ਜ਼ਿਆਦਾ ਲੋਕਾਂ ਦੀ ਵੈਕਸੀਨੇਸ਼ਨ ਹੋ ਜਾਏਗੀ, ਜਿੰਨੇ ਜ਼ਿਆਦਾ ਲੋਕਾਂ ਦੇ ਵਿੱਚ ਐਂਟੀਬਾਡੀਜ਼ ਬਣ ਜਾਣਗੀਆਂ, ਜਿੰਨੇ ਜ਼ਿਆਦਾ ਲੋਕਾਂ ਦੇ ਵਿੱਚ ਇਮਿਊਨਿਟੀ ਆ ਜਾਏਗੀ, ਉਹ ਆਪਣੇ ਆਪ ਜਿਨ੍ਹਾਂ ਦੇ ਉੱਤੇ ਵਾਇਰਸ ਅਟੈਕ ਕਰ ਸਕਦਾ ਉਹ ਘਟ ਜਾਣਗੇ ਲੋਕ। ਤੀਸਰਾ ਹੈਗਾ ਸਪਰੈਡ ਆਫ ਟਰਾਂਸਮਿਸ਼ਨ ਕਿੰਨਾ ਹੈ, ਕਿਸ ਸਪੀਡ ਦੇ ਨਾਲ ਫੈਲਦਾ ਵਾਇਰਸ। ਜਿੰਨੇ ਲੋਕਾਂ ਨੇ ਮਾਸਕ ਪਾਏ ਹੋਣਗੇ,
ਜਿੰਨੇ ਲੋਕਾਂ ਦੀ ਗੈਦਰਿੰਗ ਘੱਟ ਹੋਏਗੀ ਉਨੀ ਉਹਦੀ ਟਰਾਂਸਮਿਸ਼ਨ ਸਪੀਡ ਜਿਹੜੀ ਘਟ ਜਾਏਗੀ। ਸੋ ਤਿੰਨੇ ਕੰਮ ਜਿਹੜੇ ਆ, ਜੇ ਤੁਸੀਂ ਮਾਸਕ ਪਾਓਗੇ, ਜੇ ਤੁਸੀਂ ਡਿਸਟੈਂਸ ਮੇਨਟੇਨ ਕਰੋਗੇ, ਤੁਸੀਂ ਸਪੀਡ ਘਟਾਤੀ ਟਰਾਂਸਮਿਸ਼ਨ ਦੀ। ਨੰਬਰ 1 ਜਿਹੜੇ ਇਨਫੈਕਸ਼ੀਅਸ ਲੋਕ ਸੁਸਾਇਟੀ ਦੇ ਵਿੱਚ ਘਟ ਜਾਣਗੇ। ਵੈਕਸੀਨੇਸ਼ਨ ਲਵਾ ਲਿਆ ਤੁਸੀਂ ਤਾਂ ਜਿਨ੍ਹਾਂ ਲੋਕਾਂ ਨੂੰ ਹੋ ਸਕਦਾ ਹੈ ਸਸੈਪਟੀਬਲ ਜਿਹੜੇ ਲੋਕ ਨੇ ਉਹ ਘਟ ਗਏ। ਸੋ ਸਾਰਿਆਂ ਨੂੰ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ, ਮਾਸਕ ਪਾਉਣੇ ਚਾਹੀਦੇ ਆ। ਤੀਸਰਾ ਜਿਹੜਾ ਇਹਦੇ ਵਿੱਚ ਨਵਾਂ ਟ੍ਰੈਂਡ ਆਇਆ ਇਸ ਵਾਰੀ ਕਿ ਰੂਰਲ ਏਰੀਆਜ਼ ਦੇ ਵਿੱਚ ਬਹੁਤ ਫੈਲ ਰਿਹਾ ਵਾ। ਔਰ ਰੂਰਲ ਏਰੀਆਜ਼ ਦੇ ਵਿੱਚ ਫੈਲਣ ਦਾ ਜਿਹੜਾ ਮੇਨ ਕਾਰਨ ਮੈਂ ਸਮਝਦਾ, ਇੱਕ ਤਾਂ ਜਿਹੜੀ ਲੋਕਾਂ ਦੀ ਆਵਾਜਾਈ ਆ, ਨੰਬਰ ਆਫ ਵਿਜ਼ਟਰ ਜਿਹੜੇ ਆ ਜਾ ਰਹੇ ਆ, ਇੰਟਰੈਕਟ ਕਰ ਰਹੇ ਆ। ਫਿਰ ਦੂਸਰਾ ਜਿਹੜਾ ਬੈਠਣਾ, ਸੱਥ 'ਚ ਬਹਿ ਕੇ ਗੱਲਾਂ ਕਰਨੀਆਂ, ਆਪਸ ਦੇ ਵਿੱਚ ਕਲੋਜ਼ਲੀ ਇੰਟਰੈਕਟ ਕਰਨਾ, ਮਾਸਕ ਨਾ ਪਾਉਣਾ। ਔਰ ਮੇਨ ਜਿਹੜਾ ਆਪਾਂ ਹੈਗਾ ਕਿ ਇੱਕ ਹੈਜ਼ੀਟੈਂਸੀ ਬੜੀ ਹੈ ਟੈਸਟ ਕਰਾਉਣ ਦੀ। ਲੋਕਾਂ ਨੂੰ ਐਂ ਲੱਗਦਾ ਟੈਸਟ ਕਰਾਊਂਗਾ ਪਤਾ ਨਹੀਂ ਮੇਰਾ ਲੱਗ ਜਾਏਗਾ ਕਿ ਕੋਵਿਡ ਹੋ ਗਿਆ, ਮੈਨੂੰ ਪਤਾ ਲੱਗ ਜਾਏਗਾ। ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ, ਟੈਸਟ ਕਰਾ ਕੇ ਆਪਣੇ ਆਪ ਨੂੰ ਆਈਸੋਲੇਟ ਜ਼ਰੂਰ ਕਰਨਾ ਚਾਹੀਦਾ ਵਾ। ਔਰ ਇਹਦਾ ਜਿਹੜਾ ਮੇਨ ਆ ਕਿ ਮੈਂ ਪੰਚਾਇਤਾਂ ਨੂੰ ਵੀ ਅਪੀਲ ਕਰਾਂਗਾ, ਅਸੀਂ ਮਾਨਯੋਗ CM ਸਾਹਿਬ ਨੇ ਵੀ ਕੱਲ੍ਹ ਅਪੀਲ ਕੀਤੀ ਸੀਗੀ, ਅਸੀਂ ਵੀ ਕਰ ਰਹੇ ਹਾਂ, ਜਿੱਥੇ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਕੋਈ ਇੱਦਾਂ ਦੇ ਸਿੰਪਟਮ ਹੈਗੇ ਆ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਕੋਵਿਡ ਦੇ ਸਿੰਪਟਮ ਹੋ ਸਕਦੇ ਆ, ਉਹਦੀ ਜਾਣਕਾਰੀ ਜ਼ਰੂਰ ਦਿਓ ਔਰ ਉਸ ਪਰਿਵਾਰ ਨੂੰ ਜ਼ਰੂਰ ਮੋਟੀਵੇਟ ਕਰੋ ਕਿ ਆਪਣੇ ਟੈਸਟ ਕਰਾਵੇ। ਸਿੰਪਟਮ ਬੜੇ ਸਟੇਟ 'ਚ ਹੈ, ਕਿਸੇ ਦਾ ਗਲਾ ਖਰਾਬ ਆ, ਕਿਸੇ ਨੂੰ ਬੁਖਾਰ ਆ, ਜਿਹਦਾ ਕੋਈ ਕਾਰਨ ਪਤਾ ਨਹੀਂ ਲੱਗ ਰਿਹਾ, ਚਾਹੇ ਕੋਈ ਹੋਰ ਕਾਰਨ ਹੋਵੇ ਵੀ ਤਦ ਵੀ ਕੋਵਿਡ ਦਾ ਟੈਸਟ ਜ਼ਰੂਰ ਕਰਾਓ ਉਹਦੇ ਵਿੱਚ। ਫਿਰ ਜਿਹੜੀਆਂ ਡੈਥਸ ਪਿੰਡਾਂ ਦੇ ਵਿੱਚ ਹੋ ਰਹੀਆਂ ਜਿਹੜੀਆਂ ਜਿਹਦਾ ਡੈਥ ਦਾ ਆਪਾਂ ਨੂੰ ਕੋਈ ਕਾਰਨ ਨਹੀਂ ਪਤਾ, ਹਰ ਡੈਥ ਨੂੰ ਐਨਾਲਾਈਜ਼ ਜ਼ਰੂਰ ਕਰੋ ਕਿ ਡੈਥ ਕਿਵੇਂ ਹੋਈ ਔਰ ਉਹਦੇ ਪਰਿਵਾਰਕ ਮੈਂਬਰ ਜਿਹੜੇ ਨੇ ਜਿਹਦੇ ਵੀ ਘਰ 'ਚ ਡੈਥ ਇੱਦਾਂ ਦੀ ਹੁੰਦੀ ਜਿਹਦਾ ਆਪਾਂ ਨੂੰ ਕਾਰਨ ਨਹੀਂ ਪਤਾ ਲੱਗ ਰਿਹਾ। ਕਈ ਵਾਰੀ ਆਪਾਂ ਪਿੰਡ 'ਚ ਦੇਖਦੇ ਲੋਕ ਕਹਿੰਦੇ ਜੀ ਇਹਨੂੰ ਬੁਖਾਰ ਹੋਇਆ ਸੀ, ਕੱਲ੍ਹ ਸਵੇਰੇ ਇੱਕਦਮ ਤਬੀਅਤ ਖਰਾਬ ਹੋਈ, ਸਾਹ ਚੜਿਆ, ਡੈਥ ਹੋ ਗਈ। ਉਹਦੇ ਪਰਿਵਾਰ ਦੇ ਜ਼ਰੂਰ ਟੈਸਟ ਕਰਾਓ, ਕਿਉਂਕਿ ਜੇ ਆਪਾਂ ਇਹ ਕੰਮ ਨਹੀਂ ਕਰਾਂਗੇ ਤਾਂ ਆਪਾਂ ਇਹਨੂੰ ਦਾਵਤ ਦੇ ਰਹੇ ਹਾਂ ਕਿ ਇਹ ਹੋਰ ਫੈਲੇ। ਸੋ ਪਿੰਡਾਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਇਸ ਵਾਰੀ ਨਵਾਂ ਫਿਨੋਮਨਾ ਨਾ ਵੀ ਸੈਕੰਡ ਵੇਵ ਦੇ ਵਿੱਚ ਪਿੰਡਾਂ ਦੇ ਵਿੱਚ ਜ਼ਿਆਦਾ ਜਾ ਰਿਹਾ, ਸੋ ਉੱਥੇ ਪੰਚਾਇਤਾਂ ਦਾ ਜਿਹੜਾ ਆਪਣੀਆਂ ਬਾਕੀ ਪਿੰਡਾਂ ਦੇ ਵਿੱਚ ਜਿਹੜੀਆਂ ਸੁਸਾਇਟੀਜ਼ ਬਣੀਆਂ, ਸਾਡੇ ਜਿਹੜਾ ਯੂਥ ਆ ਪਿੰਡ ਦਾ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਿੰਪਟਮਸ ਦਾ, ਡੈਥਸ ਦਾ, ਹਰ ਚੀਜ਼ ਦਾ ਇੱਕ ਚਾਰਟ ਰੱਖਣ। ਜਿਹੜੇ ਰੈਗੂਲਰ ਵਿਜ਼ਟਰਸ ਨੇ ਬਾਹਰ ਜਾਂਦੇ ਆਉਂਦੇ ਆ, ਉਹਨਾਂ ਦੇ ਵੀ ਉਹਨਾਂ ਦੀ ਵੈਕਸੀਨੇਸ਼ਨ ਕਰਵਾਉਣ, ਉਹਨਾਂ ਦੇ ਟੈਸਟ ਕਰਵਾਉਣ, ਤਾਂ ਜੋ ਇਹਨਾਂ ਨੂੰ ਆਪਾਂ ਇਸ ਬਿਮਾਰੀ ਨੂੰ ਰੂਰਲ ਏਰੀਆਜ਼ ਦੇ ਵਿੱਚ ਜਾਣ ਤੋਂ ਵੀ ਰੋਕਿਆ ਜਾਵੇ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਇੰਨੀ ਡਿਟੇਲ ਦੇ ਵਿੱਚ ਤੁਸੀਂ ਸਾਨੂੰ ਦੱਸਿਆ। ਸਾਨੂੰ ਇੱਕ ਗੱਲ ਇਸ ਕਨਕਲੂਜਨ 'ਚ ਤੇ ਅਸੀਂ ਆ ਪਹੁੰਚੇ ਹਾਂ ਕਿ ਇਹ ਬਿਮਾਰੀ ਨਾਲ ਇਕੱਲੇ ਨਹੀਂ ਲੜਿਆ ਜਾ ਸਕਦਾ। ਅਸੀਂ ਘਰ ਬੈਠੇ ਸੋਚਦੇ ਹਾਂ ਕਿ ਡਾਕਟਰ ਆਪਣੇ ਆਪ ਦਵਾਈ ਬਣਾ ਲੇਗਾ ਅਤੇ ਕਰੋਨਾ ਦੀ ਰੋਕਥਾਮ ਹੋ ਜਾਏਗੀ। ਪੁਲਿਸ ਜਿਹੜੀ ਹੈ ਉਹ ਸੜਕਾਂ 'ਤੇ ਖੜੇ ਹੋ ਕੇ ਇਸ ਦਾ ਜਿਹੜਾ ਫੈਲਾਅ ਹੈ ਉਹਨੂੰ ਰੋਕ ਲੇਗੀ। ਇਹ ਪੋਸੀਬਲ ਨਹੀਂ। ਸਰਕਾਰ ਕਾਨੂੰਨ ਬਣਾ ਸਕਦੀ ਹੈ, ਪੁਲਿਸ ਜਬਰੀ ਉਸ ਕਾਨੂੰਨ ਨੂੰ ਲਾਗੂ ਕਰਵਾ ਸਕਦੀ ਹੈ, ਲੇਕਿਨ ਇਨਸਾਨ ਦਾ ਇੱਕ ਠੀਕ ਕਦਮ ਸਰਕਾਰ ਦਾ ਅਤੇ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਦੇ ਸਕਦਾ ਹੈ ਔਰ ਉਹਨੂੰ ਠੀਕ ਡਾਇਰੈਕਸ਼ਨ ਦੇ ਸਕਦਾ। ਹੋ ਕੀ ਰਿਹਾ ਹੈ, ਸਰਕਾਰ ਚਾਹੁੰਦੀ ਹੈ ਕਿ ਤੁਸੀਂ ਇੰਜੈਕਸ਼ਨ ਲਗਾਓ। ਸਰਕਾਰ ਨੇ ਉਸ ਵਕਤ ਮੁਫਤ ਇੰਜੈਕਸ਼ਨ ਦਿੱਤੇ, ਉਸ ਵਕਤ ਅਸੀਂ ਅੱਗੇ ਨਹੀਂ ਆਏ ਕਿਉਂਕਿ ਘਰ ਬੈਠੇ ਅਸੀਂ ਸਿਰਫ ਆਲੋਚਨਾ ਕਰਨਾ ਚਾਹੁੰਦੇ ਹਾਂ। ਸਰਕਾਰ ਇਹ ਨਹੀਂ ਕਰ ਰਹੀ, ਪੁਲਿਸ ਉਹ ਨਹੀਂ ਕਰਦੀ ਅਤੇ ਪੁਲਿਸ ਨੂੰ ਆਉਂ ਕਰਨਾ ਚਾਹੀਦਾ। ਕਦੀ ਇਹ ਨਹੀਂ ਅਸੀਂ ਸੋਚਦੇ ਕਿ ਸਾਨੂੰ ਕੀ ਕਰਨਾ ਚਾਹੀਦਾ। ਸਾਨੂੰ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਨੇ, ਕਮਿਸ਼ਨਰ ਸਾਹਿਬ ਨੇ, ਕਿ 3 ਚੀਜ਼ਾਂ ਦੀ ਜ਼ਰੂਰ ਖਿਆਲ ਰੱਖਣਾ ਚਾਹੀਦੀ ਹੈ, ਪਾਲਣਾ ਕਰਨੀ ਚਾਹੀਦੀ ਹੈ। ਮਾਸਕ ਲਗਾਓ, ਸੈਨੀਟਾਈਜੇਸ਼ਨ ਕਰੋ ਔਰ ਡਿਸਟੈਂਸ ਮੇਨਟੇਨ ਕਰੋ। ਇਸ ਦੇ ਨਾਲ ਹੀ ਕਰੋਨਾ ਨੂੰ ਰੋਕਿਆ ਜਾ ਸਕਦਾ। ਡਾਕਟਰ ਸਾਹਿਬ ਥੈਂਕ ਯੂ ਵਨਸ ਅਗੇਨ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵਿਸ਼ਵ ਬੰਧੂ ਜੀ, ਥੈਂਕ ਯੂ ਵੈਰੀ ਮਚ।